बहुत ही प्यारे बच्चों, मैं डॉक्टर पनीत कुमार सिंगला, ਲੈਕਚਰਰ ਕਮਰਸ ਸ਼ਹੀਦ ਸੈਕੰਡਰੀ ਸਕੂਲ ਬੋਹਾ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ। ਤੇ ਸਾਰੇ ਬਹੁਤ ਹੀ ਪਿਆਰੇ ਬੱਚਿਆਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰਾ ਲੈਸਨ ਆ ਜਿਹੜਾ ਬਹੁਤ ਹੀ ਪਸੰਦ ਆਊਗਾ, ਕਿਉਂਕਿ ਇੱਕ ਇਕਨੋਮਿਕਸ ਵਿਸ਼ਾ ਜਿਹੜਾ ਥੋੜ੍ਹਾ ਜਿਹਾ ਤੁਹਾਨੂੰ ਟਫ ਲੱਗਦਾ, ਪਰ ਆਪਾਂ ਅੱਜ ਬਹੁਤ ਹੀ ਉਦਾਹਰਨਾਂ ਦੇ ਸੇਧ 'ਤੇ ਇਹ ਵਿਸ਼ਾ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਇਹ ਵਿਸ਼ਾ ਜਿਹੜਾ ਵਧੀਆ ਲੱਗੇਗਾ। ਪਾਠ ਨੰਬਰ 2, ਭਾਰਤੀ ਅਰਥ ਵਿਵਸਥਾ ਦੀ ਆਧਾਰਿਕ ਰਚਨਾ। ਤਾਂ 10ਵੀਂ ਕਲਾਸ ਦਾ ਤੁਹਾਡਾ ਇਹ ਲੈਸਨ ਆ, ਤਾਂ ਬਹੁਤ ਹੀ ਇੰਪੋਰਟੈਂਟ ਲੈਸਨ ਆ। ਇਹਦੇ ਵਿੱਚੋਂ ਕਈ ਛੋਟੇ ਕੁਐਸਚਨ ਵੀ ਆ ਜਾਂਦੇ ਆ। ਤਾਂ ਸਾਨੂੰ ਆਧਾਰਿਕ ਸੰਰਚਨਾ ਦੀ ਬਹੁਤ ਲੋੜ ਆ, ਕਿਉਂਕਿ ਅਸੀਂ ਪਹਿਲਾਂ ਵੀ ਜਿਹੜਾ ਪਿਛਲੇ ਵੀਰਵਾਰ 18 ਤਰੀਕ ਨੂੰ ਵੀ ਅਸੀਂ ਇਹ ਲੈਸਨ ਕੀਤਾ। ਤਾਂ ਉਸ ਦੇ ਡਿਪੈਂਡ ਪਹਿਲਾਂ ਮੈਂ ਤੁਹਾਨੂੰ ਜਾਣ ਪਛਾਣ ਕਰਾ ਰਿਹਾ। ਹਰ ਇੱਕ ਮਨੁੱਖ ਇੱਕ ਉਪਭੋਗਤਾ ਅਤੇ ਉਤਪਾਦਕ ਦੇ ਰੂਪ ਵਿੱਚ ਆਪਣੀ ਲੋੜ ਦੀ ਸੰਤੁਸ਼ਟੀ ਕਰਨ ਦੇ ਲਈ ਕੇਵਲ ਵਸਤੂਆਂ ਦੀ ਮੰਗ ਨਹੀਂ ਕਰਦਾ, ਬਲਕਿ ਸੇਵਾਵਾਂ ਦੀ ਵੀ ਮੰਗ ਕਰਦਾ ਹੈ। ਉਦਾਹਰਨ ਵਜੋਂ ਇੱਕ ਉਪਭੋਗਤਾ ਸਿਰਫ ਰੋਟੀ, ਕੱਪੜਾ, ਮਕਾਨ। ਪਹਿਲਾਂ ਕੀ ਚੱਲਦਾ ਸੀ? ਸਿਰਫ 3 ਚੀਜ਼ਾਂ ਚੱਲਦੀਆਂ ਸੀ, ਰੋਟੀ, ਕੱਪੜਾ, ਮਕਾਨ। ਪਰ ਅੱਜ ਦੀ ਘੜੀ ਦੇ ਵਿੱਚ ਰੇਡੀਓ, ਟੀਵੀ ਜਾਂ ਫਰਿੱਜ ਦੀ ਮੰਗ ਕਰਨ ਲੱਗ ਪਿਆ। ਇਹਦੇ ਨਾਲ ਹੀ ਉਹ ਜਿਹੜੀ ਇਹ 3 ਚੀਜ਼ਾਂ ਦੀ ਮੰਗ ਕਰਦੇ ਕਰਦੇ ਉਹਨੇ 2 ਚੀਜ਼ਾਂ ਇਹ ਵਧਾਤੀਆਂ, ਅਤੇ ਨਾਲ ਹੀ ਆਪਣੀਆਂ ਸੇਵਾਵਾਂ ਨੇ ਜਿਹੜੀਆਂ ਸਿੱਖਿਆ, ਸਿਹਤ ਸਹੂਲਤਾਂ, ਯਾਤਾਯਾਤ ਦੇ ਸਾਧਨਾਂ ਦੀ ਵੀ ਮੰਗ ਕਰਨ ਲੱਗ ਪਿਆ। ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਨਾ ਤਾਂ ਸਿੱਖਿਆ ਦੀ ਇੰਨੀ ਲੋੜ ਹੁੰਦੀ ਸੀ ਕਿਉਂਕਿ ਅਨਪੜ੍ਹ ਹੁੰਦੀ ਸੀ ਮਨੁੱਖ, ਅਤੇ ਜ਼ਿਆਦਾ ਨਾਲੇ ਸਿਹਤ ਬਿਮਾਰੀਆਂ ਦੇ ਇੰਨੀਆਂ ਨਹੀਂ ਹੁੰਦੀਆਂ ਸੀ। ਅਤੇ ਜਿਹੜੀਆਂ ਯਾਤਾਯਾਤ ਦੇ ਸਾਧਨ ਨੇ, ਇੱਕ ਥਾਂ ਤੋਂ ਦੂਜੀ ਥਾਂ 'ਤੇ ਆਉਣਾ ਜਾਣਾ ਵੀ ਕੋਈ ਇੰਨੀ ਗੱਲ ਨਹੀਂ ਸੀ। ਪਰੰਤੂ ਸਮੇਂ ਦੇ ਨਾਲ ਨਾਲ ਜਿਹੜਾ ਸਾਡਾ ਆਧਾਰਿਕ ਸੰਰਚਨਾ ਉਹਦੇ ਵਿੱਚ ਚੇਂਜਸ ਆਈਆਂ। ਉਹ ਇਸ ਕਰਕੇ ਭਾਰਤੀ ਅਰਥ ਵਿਵਸਥਾ ਦੀ ਜਿਹੜੀ ਆਧਾਰਿਕ ਸੰਰਚਨਾ ਰੀੜ੍ਹ ਦੀ ਹੱਡੀ ਆ, ਉਹ ਸਾਡੀਆਂ ਸਿਹਤ ਸੇਵਾਵਾਂ, ਸਿੱਖਿਆ, ਯਾਤਾਯਾਤ ਦੇ ਸਾਧਨ ਬਣ ਗਏ ਆ। ਤਾਂ ਅਸੀਂ ਗੱਲ ਕਰਦੇ ਹਾਂ ਅਰਥ ਵਿਵਸਥਾ ਦੇ ਜਿਹੜੇ ਪੂੰਜੀ ਸਟਾਕ ਦਾ ਉਹ ਹਿੱਸਾ ਜੋ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਹੁੰਦਾ ਹੈ। ਹੁਣ ਅਸੀਂ ਗੱਲ ਕੀਤੀ ਆ ਜਿਹੜੀਆਂ ਸਾਡੇ ਕੋਲੇ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ, ਮੈਂ ਪਹਿਲਾਂ ਹੀ ਸੇਵਾਵਾਂ ਦੀ ਗੱਲ ਕੀਤੀ। ਕਿਹੜੀਆਂ-ਕਿਹੜੀਆਂ ਸੇਵਾਵਾਂ ਦੀ ਗੱਲ ਕੀਤੀ? ਸਿਹਤ, ਸਿੱਖਿਆ, ਉਸ ਤੋਂ ਬਾਅਦ ਯਾਤਾਯਾਤ ਦੇ ਸਾਧਨ। ਠੀਕ ਆ, ਤੁਹਾਨੂੰ ਜਿਹੜੀਆਂ ਚੀਜ਼ਾਂ ਲੱਗਦੀਆਂ ਨੇ, ਸੇਵਾਵਾਂ ਪ੍ਰਦਾਨ ਕਰਦੇ ਨੇ, ਅਤੇ ਉਹਦੇ ਵਾਸਤੇ ਤੁਸੀਂ ਨਾਲ ਜੋੜਦੇ ਹੋ ਚੀਜ਼ਾਂ ਨੂੰ, ਤਾਂ ਉਹ ਸਾਡੀਆਂ ਸੇਵਾਵਾਂ ਨੇਗੀਆਂ ਜਿਹੜੀਆਂ ਉਹ ਪੂੰਜੀ ਸਟਾਕ ਦਾ ਅਸੀਂ ਪੂੰਜੀ ਸਟਾਕ ਲਗਾਉਣੇ ਆ, ਪੈਸੇ ਲਗਾਉਣੇ ਆ, ਪਰੰਤੂ ਉਹ ਸੇਵਾਵਾਂ ਸਾਨੂੰ ਦਿਖ ਨਹੀਂ ਰਹੀਆਂ ਹੁੰਦੀਆਂ, ਪਰ ਐਟੋਮੈਟਿਕਲੀ ਜਿਹੜੀਆਂ ਸਾਡੇ ਉੱਤੇ ਉਹ ਪ੍ਰਭਾਵ ਪਾਉਂਦੀਆਂ ਨੇ। ਉਸ ਨੂੰ ਅਸੀਂ ਕੀ ਕਹਿੰਦੇ ਆ? ਆਧਾਰਿਕ ਸੰਰਚਨਾ ਕਿਹਾ ਜਾਂਦਾ ਹੈ। ਦੇਸ਼ ਦੇ ਵਿਕਾਸ ਦੇ ਲਈ ਬਿਜਲੀ, ਯਾਤਾਯਾਤ, ਸੰਚਾਰ ਦੇ ਸਾਧਨਾਂ ਵਿੱਚ ਆਧਾਰਿਕ ਸੰਰਚਨਾ ਦੀ ਮਹੱਤਤਾ ਹੈ। ਠੀਕ ਹੈ ਜੀ। ਅਤੇ ਜੇ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਮੰਨਦੇ ਹਾਂ ਜਾਂ ਅਵਿਕਸਿਤ ਮੰਨਦੇ ਹਾਂ, ਜੇ ਦੇਸ਼ ਵਿਕਸਿਤ ਆ ਤਾਂ ਉੱਥੇ 2 ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਬਿਜਲੀ ਅਤੇ ਯਾਤਾਯਾਤ। ਜੇ ਇਹ ਚੀਜ਼ਾਂ ਦੀ ਕਮੀ ਹੈ ਸਾਡੇ ਕੋਲ, ਬਿਜਲੀ ਦੀ ਘਾਟ ਆ, ਅਤੇ ਯਾਤਾਯਾਤ ਦੇ ਸਾਧਨਾਂ ਦੀ ਘਾਟ ਆ, ਅਤੇ ਸੰਚਾਰ ਦੇ ਸਾਧਨਾਂ ਦੀ ਘਾਟ ਆ, ਤਾਂ ਸਾਡਾ ਦੇਸ਼ ਹੈ ਜਿਹੜਾ ਅਵਿਕਸਿਤ ਆ। ਆਧਾਰਿਕ ਸੰਰਚਨਾ 4 ਭਾਗਾਂ ਦੇ ਵਿੱਚ ਵੰਡੀ ਹੋਈ ਆ: ਯਾਤਾਯਾਤ, ਸੰਚਾਰ ਦੇ ਸਾਧਨ, ਬਿਜਲੀ ਅਤੇ ਸ਼ਕਤੀ, ਸੰਚਾਰ ਅਤੇ ਬੈਂਕਿੰਗ, ਦੂਜੀਆਂ ਵਿੱਤੀ ਸੰਸਥਾਵਾਂ। ਅਤੇ ਜਿਹੜਾ ਆਪਾਂ ਨੇ 18 ਤਰੀਕ ਨੂੰ ਲੈਸਨ ਪੜ੍ਹਿਆ, ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ਦੇ ਵਿੱਚ ਅਸੀਂ ਇਹ ਗੱਲ ਕਲੀਅਰ ਕਰਤੀ ਵੀ ਬੈਂਕਿੰਗ ਕੀ ਹੈ, ਦੂਜੀਆਂ ਵਿੱਤੀ ਸੰਸਥਾਵਾਂ ਕੀ ਨੇ। ਅਤੇ ਅਸੀਂ ਅੱਜ ਜਿਹੜੀਆਂ ਅਸੀਂ ਬਾਕੀ ਗੱਲ ਕਰਾਂਗੇ, ਯਾਤਾਯਾਤ ਦੇ ਸੰਚਾਰ ਦੇ ਸਾਧਨਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਾਪਤ ਕਰਾਂਗੇ, ਬਿਜਲੀ ਅਤੇ ਸ਼ਕਤੀ। ਤਾਂ ਯਾਤਾਯਾਤ ਤੋਂ ਭਾਵ ਤੁਸੀਂ ਸਮਝ ਗਏ। ਯਾਤਾਯਾਤ ਜਿਹੜਾ ਸਾਡਾ ਸਾਧਨ ਹੈ ਉਹ 4 ਭਾਗਾਂ ਦੇ ਵਿੱਚ ਵੰਡੇ ਹੋਏ ਨੇ। ਪਹਿਲਾ ਜਿਹੜਾ ਸਾਡਾ ਰੇਲਵੇ, ਦੂਜਾ ਹੈਗਾ ਸਾਡਾ ਸੜਕਾਂ, ਤੀਜਾ ਹੈਗਾ ਜਲ ਮਾਰਗ ਅਤੇ ਹਵਾਈ ਮਾਰਗ। ਤਾਂ ਵਿਸਤਾਰ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ। ਸੰਚਾਰ ਦੇ ਵਿੱਚ, ਸੰਚਾਰ ਜਿਵੇਂ ਤੁਸੀਂ ਟੈਲੀਫੋਨ ਵਰਤਦੇ ਹੋ, ਰੇਡੀਓ, ਟੀਵੀ, ਸਾਰੇ ਸੰਚਾਰ ਦੇ ਸਾਧਨ ਨੇ ਇਹ। ਸੰਚਾਰ ਦਾ ਮਤਲਬ ਅਸੀਂ ਇੱਥੇ ਬੈਠੇ ਦੂਜੀ ਥਾਂ 'ਤੇ ਅਸੀਂ ਸੂਚਨਾ ਮੇਲ ਰਾਹੀਂ, ਕੰਪਿਊਟਰ ਰਾਹੀਂ ਅਸੀਂ ਪ੍ਰਾਪਤ ਕਰਦੇ ਹਾਂ। ਬਿਜਲੀ ਅਤੇ ਸ਼ਕਤੀ ਤੁਹਾਨੂੰ ਪਤਾ ਹੀ ਆ, ਬਿਜਲੀ ਤੁਹਾਡੇ ਘਰ ਦੇ ਵਿੱਚ ਆਮ ਹੋ ਗਈ ਹੈ ਨਾ। ਸਿੰਚਾਈ ਦੇ ਸਾਧਨ ਨੇ, ਖੇਤੀਬਾੜੀ ਤੁਸੀਂ ਕਰਦੇ ਹੋ। ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ਬਾਰੇ ਅਸੀਂ ਗੱਲ ਕਰ ਲਈ। ਤਾਂ ਅੱਜ ਅਸੀਂ ਬਿਜਲੀ ਅਤੇ ਸ਼ਕਤੀ ਬਾਰੇ ਗੱਲ ਕਰਾਂਗੇ। 10ਵੀਂ ਕਲਾਸ, ਵਿਸ਼ਾ ਸਮਾਜਿਕ, ਅਧਿਆਇ 2। ਤਾਂ ਇਹ ਤਸਵੀਰ ਤੁਹਾਨੂੰ ਵੈਸੇ ਦਿਖ ਰਹੀ ਆ ਵੀ ਇਹ ਤੁਹਾਨੂੰ ਕੀ ਦਰਸਾ ਰਹੀ ਆ? ਤਾਂ ਤੁਹਾਨੂੰ ਇਹ ਜਿਹੜੀ ਤਸਵੀਰ ਆ ਇਹਦੇ ਵਿੱਚ ਤੁਹਾਨੂੰ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਇਹ ਬਿਜਲੀ ਪੈਦਾ ਹੁੰਦੀ ਆ। ਤਾਂ ਬਿਜਲੀ ਆ ਜਿਹੜੀ ਇਹ ਪਰਮਾਣੂ, ਠੀਕ ਆ, ਕਿਸ ਟਾਈਪ ਦੀ ਲੱਗਦੀ ਆ? ਤਾਪ ਲੱਗਦੀ ਆ,
ਪਾਣੀ ਰਾਹੀਂ ਪੈਦਾ ਹੁੰਦੀ ਲੱਗਦੀ ਆ। ਤਾਂ ਆਪਾਂ ਇਸ ਬਾਰੇ ਗੱਲ ਕਰਾਂਗੇ। ਬਹੁਤ ਹੀ ਧਿਆਨ ਨਾਲ ਤੁਸੀਂ ਇਹ ਤਸਵੀਰ ਦੇਖੋ ਤੇ ਆਪਾਂ ਜਦੋਂ ਅੱਗੇ ਤਸਵੀਰਾਂ ਦੇ ਵਿੱਚ ਗੱਲ ਕਰਾਂਗੇ ਤਾਂ ਜਿਹੜੀ ਇਹ ਤਸਵੀਰਾਂ ਦੇਖੋ ਧਿਆਨ ਦੇ ਨਾਲ ਪਿਆਰੇ ਬੱਚਿਓ, ਕਿਉਂਕਿ ਜਿਹੜੀਆਂ ਤਸਵੀਰਾਂ ਦੇ ਵਿੱਚੋਂ ਹੀ ਤੁਹਾਨੂੰ ਪਤਾ ਲੱਗੂ ਵੀ ਬਿਜਲੀ ਕਿਵੇਂ ਪੈਦਾ ਹੁੰਦੀ ਆ। ਤਾਂ ਇਹ ਬਿਜਲੀ ਪੈਦਾ ਕਰਨ ਦੇ ਸਾਰੇ ਸਾਡੇ ਕੋਲੇ ਸਾਧਨ ਨੇ। ਪਾਣੀ ਰਾਹੀਂ ਵੀ ਹੁੰਦੀ ਆ, ਪਰਮਾਣੂ ਸ਼ਕਤੀ ਰਾਹੀਂ ਵੀ ਹੁੰਦੀ ਆ, ਕੋਲੇ ਰਾਹੀਂ ਵੀ ਹੁੰਦੀ ਆ, ਉੱਚੀਆਂ ਡੈਮ ਬਣਾ ਕੇ ਵੀ ਹੁੰਦੀ ਆ। ਤਾਂ ਇਹ ਪਾਣੀ ਆ ਜਿਹੜੀ ਅੱਜ ਅਸੀਂ ਸੂਰਜ ਦੀ ਰੋਸ਼ਨੀ ਤੋਂ ਵੀ ਬਿਜਲੀ ਆ ਜਿਹੜੀ ਪੈਦਾ ਕਰਦੇ ਆ। ਤਾਂ ਇਹ ਤਸਵੀਰਾਂ ਮੈਂ ਇਸ ਕਰਕੇ ਤੁਹਾਡੇ ਵਿੱਚੋਂ ਛਾਂਟੀਆਂ ਨੇ ਕਿਉਂਕਿ ਇਹ ਵੱਖ-ਵੱਖ ਪਿਕਚਰਸ ਨੇ, ਤੁਹਾਨੂੰ ਪਤਾ ਲੱਗੇ ਵੀ ਇਹ ਬਿਜਲੀ ਅਸੀਂ ਬਿਜਲੀ ਦੇ ਜਿਹੜੇ ਸਾਡੇ ਕੋਲੇ ਸਾਧਨ ਨੇ, ਅਸੀਂ ਬਿਜਲੀ ਪੈਦਾ ਕਰਦੇ ਹਾਂ, ਘਰਾਂ ਦੇ ਵਿੱਚ ਸਾਡੇ ਕੋਲੇ ਈਜ਼ੀਲੀ ਪਹੁੰਚ ਜਾਂਦੀ ਆ। ਪਰੰਤੂ ਬਿਜਲੀ ਪੈਦਾ ਕਰਨ ਦੇ ਲਈ ਬਹੁਤ ਜਦੋਜਹਿਦ ਕਰਨੀ ਪੈਂਦੀ ਆ ਕਿਉਂਕਿ ਸਾਨੂੰ ਸੰਜਮ ਦੇ ਨਾਲ ਬਿਜਲੀ ਵਰਤਣੀ ਚਾਹੀਦੀ ਆ। ਦੇਸ਼ ਦੀ ਜਿਹੜੀ ਤਰੱਕੀ ਆ ਉਹ ਸਾਡੀ ਬਿਜਲੀ ਦੇ ਉੱਤੇ ਖੜੀ ਆ। ਤਾਂ ਬਹੁਤ ਹੀ ਪਿਆਰੇ ਬੱਚਿਓ, ਮੈਂ ਤੁਹਾਨੂੰ ਇੱਥੇ ਇੱਕ ਅਪੀਲ ਹੋਰ ਕਰੂੰਗਾ ਕਿ ਬਿਜਲੀ ਨੂੰ ਬਹੁਤ ਸੰਜਮ ਨਾਲ ਵਰਤੋਂ ਕਰਨੀ ਆ। ਘਰੇ, ਸਕੂਲ ਦੇ ਵਿੱਚ ਕੋਈ ਵੀ ਪੱਖਾ, ਟੀਵੀ ਜਦੋਂ ਵੀ ਚੱਲਦਾ, ਤੁਹਾਡਾ LED ਚੱਲਦੀ ਆ, ਤਾਂ ਜਦੋਂ ਅਸੀਂ ਕਲਾਸਰੂਮ ਛੱਡਣਾ ਤਾਂ ਨਾਲ ਦੀ ਨਾਲ ਅਸੀਂ ਬੰਦ ਕਰਨਾ। ਤਾਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜਿਹੜੀ ਅਰਥ-ਵਿਵਸਥਾ ਦੀ ਆਰਥਿਕ ਸੰਰਚਨਾ ਵਿੱਚ ਬਿਜਲੀ ਸ਼ਕਤੀ ਜਾਂ ਬਿਜਲੀ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਪ੍ਰਤੀ ਵਿਅਕਤੀ ਬਿਜਲੀ ਦਾ ਉਪਭੋਗ ਬਹੁਤ ਘੱਟ ਸੀ। ਤਾਂ ਦੇਖੋ ਪਿਆਰੇ ਬੱਚੋ, 1947 ਤੋਂ ਜੇ ਪਹਿਲਾਂ ਦੀ ਗੱਲ ਕਰੀਏ, ਵੈਸੇ ਤਾਂ ਜੇ ਅੱਜ ਤੋਂ 40 ਕੁ ਸਾਲ ਪਹਿਲਾਂ ਦੀ ਵੀ ਅਸੀਂ ਗੱਲ ਕਰਦੇ ਹਾਂ ਤਾਂ ਬਿਜਲੀ ਦੀ ਅਸੀਂ ਇੰਨੀ ਵਰਤੋਂ ਨਹੀਂ ਕਰਦੇ ਸੀ। ਤੁਸੀਂ ਆਮ ਦੇਖਿਆ ਹੋਣਾ, ਇੱਕ ਪੱਖਾ ਲਗਾ ਕੇ ਸਾਰਾ ਟੱਬਰ ਸੀ ਜਿਹੜਾ ਉੱਤੇ ਪੈ ਜਾਂਦਾ ਸੀ। ਤਾਂ ਹਰੇਕ ਕਮਰੇ ਦੇ ਵਿੱਚ ਪੱਖਾ ਨਹੀਂ ਹੁੰਦਾ ਸੀ। ਹੁਣ ਹਰੇਕ ਕਮਰੇ ਦੇ ਵਿੱਚ ਪੱਖਾ, ਕੂਲਰ, AC, ਬਿਜਲੀ ਦੀ ਵਰਤੋਂ ਬਹੁਤ ਵੱਧ ਗਈ ਕਿਉਂਕਿ ਪਹਿਲਾਂ ਇੰਨੀ ਨਹੀਂ ਹੁੰਦੀ ਸੀ। ਦਰਖਤਾਂ ਦੀ ਠੰਡੀ ਹਵਾ ਦੇ ਵਿੱਚ ਬੈਠਣਾ, ਕਿਉਂਕਿ ਸਾਰਾ ਦਿਨ ਲੋਕੀ ਬਾਹਰ ਬਹਿੰਦੇ, ਤਾਂ ਜਿਹੜੀ ਪ੍ਰਤੀ ਵਿਅਕਤੀ ਬਿਜਲੀ ਸੀ ਉਪਭੋਗ ਬਹੁਤ ਘੱਟ ਸੀ। ਤਾਂ ਜੇ ਅਸੀਂ ਗੱਲ ਕਰਦੇ ਹਾਂ ਵੀ ਬਿਜਲੀ ਦੀਆਂ ਜਿਹੜੇ ਯੂਨਿਟ ਸੀ ਉਹ ਵੀ ਬਹੁਤ ਘੱਟ ਵਰਤੋਂ ਦੇ ਵਿੱਚ ਹੁੰਦੇ ਸੀ। ਪਰੰਤੂ ਹੁਣ ਸਾਡੀ ਜਿਹੜੀ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਕਿਉਂਕਿ ਸਾਡੇ ਕੋਲੇ ਹਰੇਕ ਚੀਜ਼ ਆ ਜਿਹੜੀ ਉਹ ਬਿਜਲੀ ਦੇ ਉੱਤੇ ਹੀ ਹੋਊਗੀ। ਹਰੇਕ ਚੀਜ਼ ਸਾਡੀ ਬਿਜਲੀ ਦੇ ਉੱਤੇ ਚੱਲਦੀ ਆ। ਪਹਿਲਾਂ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਹੱਥ ਦੇ ਨਾਲ ਚੱਲਦੀਆਂ ਸੀ, ਮਧਾਣੀ, ਪੱਖਾ, ਕੂਲਰ, ਬਹੁਤ ਚੀਜ਼ਾਂ ਸੀ ਜਿਹੜੀਆਂ ਅਸੀਂ ਹੱਥ ਨਾਲ ਹੀ ਵਰਤੋਂ ਕਰਦੇ ਸੀ। ਘਰ ਦੇ ਵਿੱਚ ਹਰੀ ਮਸ਼ੀਨ ਹੋਰ। ਤਾਂ ਇਸ ਤਰ੍ਹਾਂ ਜਿਵੇਂ ਜਿਵੇਂ ਸਾਡੀ ਦੇਸ਼ ਨੇ ਤਰੱਕੀ ਕੀਤੀ, ਮਸ਼ੀਨਾਂ ਆਈਆਂ, ਉਦਯੋਗੀਕਰਨ ਦਾ ਵਿਕਾਸ ਹੋਇਆ, ਬਿਜਲੀ ਦੀ ਜਿਹੜੀ ਮੰਗ ਆ ਜਿਹੜੀ ਬਹੁਤ ਜ਼ਿਆਦਾ ਵਧੀ। ਪਰ ਆਜ਼ਾਦੀ ਪਿੱਛੋਂ ਇਸ ਦੀ ਲਗਾਤਾਰ ਵਾਧਾ ਹੋਇਆ। ਦੇਸ਼ ਵਿੱਚ ਬਿਜਲੀ ਦਾ ਵਾਧਾ ਹੋਇਆ ਉਪਭੋਗ ਇਸ ਗੱਲ ਦਾ ਪ੍ਰਤੀਕ ਹੈ ਕਿ ਆਧੁਨਿਕ ਉਦਯੋਗਾਂ ਦਾ ਜ਼ਿਆਦਾ ਸਥਾਪਨਾ ਹੋਈ ਹੈ। ਅਰਥ ਵਿਵਸਥਾ ਵਿਕਸਿਤ ਹੋ ਰਹੀ ਹੈ। ਜੇ ਅਸੀਂ ਮੰਨ ਕੇ ਚੱਲਦੇ ਹਾਂ ਵੀ ਜਿੰਨਾ ਉਦਯੋਗਿਕ ਵਿਕਾਸ ਹੋਊਗਾ ਉਨੀ ਦੇਖੋ ਜੀ ਸਾਡੀ ਮੰਗ ਵਧੂਗੀ, ਉਦਯੋਗਿਕ ਵਿਕਾਸ ਹੋਊਗਾ। ਨਹੀਂ ਪਹਿਲਾਂ ਕੀ ਹੁੰਦਾ ਸੀ, ਹੱਥ ਨਾਲ ਬੁਣੇ ਕੱਪੜੇ ਹੁੰਦੇ ਸੀ, ਪਰੰਤੂ ਟਾਈਮ ਚੇਂਜ ਹੋਇਆ, ਉਦਯੋਗੀਕਰਨ ਦਾ ਵਿਕਾਸ ਹੋਇਆ। ਅੱਜ ਅਸੀਂ ਜਿਹੜੇ ਬ੍ਰਾਂਡਡ ਕੱਪੜੇ ਆ ਜਾਂ ਅਸੀਂ ਦੂਸਰੇ ਕੱਪੜੇ ਮਸ਼ੀਨਾਂ ਰਾਹੀਂ ਬਣੇ ਹੋਏ ਕੱਪੜੇ ਪਹਿਨਦੇ ਹਾਂ। ਭਾਰਤ ਦੇਸ਼ ਸੰਸਾਰ ਦੇ ਉਹਨਾਂ ਥੋੜ੍ਹੇ ਦੇਸ਼ਾਂ ਵਿੱਚੋਂ ਹੈ ਜੋ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਸ਼ਕਤੀ ਰੱਖਦੇ ਹਨ। ਭਾਵੇਂ ਸਾਡੇ ਕੋਲੇ ਭਾਰਤ ਦੇਸ਼ ਆ, ਇੱਕ ਵਿਕਸਿਤ ਦੇਸ਼ ਆ, ਪਰੰਤੂ ਫਿਰ ਵੀ ਉਹ ਬਹੁਤ ਥੋੜ੍ਹੇ ਦੇਸ਼ਾਂ ਦੇ ਵਿੱਚ ਆ ਜਿਹਦੇ ਕੋਲੇ ਪਰਮਾਣੂ ਸ਼ਕਤੀ ਹੈ ਨਹੀਂ। ਪਰੰਤੂ ਭਾਰਤ ਦੇ ਵਿੱਚ ਪਰਮਾਣੂ ਸ਼ਕਤੀ ਹੈਗੀ ਆ। ਪਰਮਾਣੂ ਸ਼ਕਤੀ ਕੀ ਹੁੰਦੀ ਆ? ਖਣਿਜ ਵਗੈਰਾ ਹੁੰਦੇ ਆ, ਠੀਕ ਆ, ਅਸੀਂ ਬਣਾਉਂਦੇ ਆ, ਠੀਕ ਆ, ਧਰਤੀ ਦੇ ਵਿੱਚੋਂ ਮਿਲਦੇ ਆ। ਅਸੀਂ ਉਹੀ ਸ਼ਕਤੀ ਪੈਦਾ ਕਰਨ ਦੇ ਲਈ ਕਾਫੀ ਮਾਤਰਾ ਦੇ ਵਿੱਚ ਸਾਨੂੰ ਖਣਿਜ ਮਿਲਦੇ ਆ। ਫਿਰ ਅਸੀਂ ਪਰਮਾਣੂ ਬਿਜਲੀ ਦਾ ਉਤਪਾਦਨ ਬਹੁਤ ਘੱਟ ਮਾਤਰਾ ਵਿੱਚ ਕੀਤਾ ਜਾਂਦਾ ਹੈ। ਤਾਂ ਹੁਣ ਭਾਵੇਂ ਸਾਡੇ ਕੋਲੇ ਪਰਮਾਣੂ ਖਣਿਜ ਬਹੁਤ ਨੇ, ਪਰੰਤੂ ਸਾਰਿਆਂ ਨਾਲੋਂ ਘੱਟ ਆ ਜਿਹੜਾ ਅਸੀਂ ਜੇ ਬਿਜਲੀ ਦਾ ਉਤਪਾਦਨ ਕਰਦੇ ਹਾਂ ਤਾਂ ਅਸੀਂ ਪਰਮਾਣੂ ਬਿਜਲੀ ਦਾ ਹੀ ਕਰਦੇ ਹਾਂ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਕਿ ਸਭ ਤੋਂ ਘੱਟ ਜਿਹੜੀ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ? ਪਰਮਾਣੂ ਬਿਜਲੀ ਬਹੁਤ ਘੱਟ ਪੈਦਾ ਕੀਤੀ ਜਾਂਦੀ ਹੈ, ਪਰੰਤੂ ਸਾਡੇ ਕੋਲੇ ਖਣਿਜ ਹੋਣ ਦੇ ਬਾਵਜੂਦ ਵੀ। ਤਾਂ ਜਿਹੜੀ ਪਰਮਾਣੂ ਬਿਜਲੀ ਦੇ ਵਿੱਚ ਅਸੀਂ ਇਸ ਚੀਜ਼ ਦੇ ਕਰਦੇ ਹਾਂ। ਤਾਂ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੀ ਥੋੜ੍ਹੀ ਜਿਹੀ ਨੌਲੇਜ ਦੀ, ਪਾਣੀ ਦੀ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਤਾ ਹੈ। ਤਾਂ ਇਸ ਲੈਸਨ ਨਾਲ ਹੀ ਸੰਬੰਧਿਤ ਆ ਕਿਉਂਕਿ ਜਿਹੜੀ ਬਿਜਲੀ ਆ, ਬਿਜਲੀ 90% ਆ ਜਿਹੜੀ ਪਾਣੀ ਦੇ ਉੱਤੇ ਖੜੀ ਆ, ਅਤੇ ਸਾਡੀ ਜ਼ਿੰਦਗੀ ਵੀ ਪਾਣੀ ਦੇ ਉੱਤੇ ਹੀ ਖੜੀ ਆ ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਹੈ ਜੇ ਅਸੀਂ ਸੋਚੀਏ 100% ਹੀ ਪਾਣੀ ਦੇ ਉੱਤੇ ਖੜੀ ਆ। ਜਿੱਥੇ ਪਾਣੀ ਸਾਨੂੰ ਮਿਲਿਆ ਪੀਣ ਯੋਗ, ਸਾਨੂੰ ਵਰਤੋਂਯੋਗ, ਤਾਂ ਉੱਥੇ ਜਿਹੜੀ ਆਬਾਦੀ ਆ ਉਹ ਵੱਧ ਹੋਈ ਆ, ਠੀਕ ਆ। ਸਾਡੀ ਜ਼ਿੰਦਗੀ ਦੇ ਵਿੱਚ ਪਾਣੀ ਦੀ ਬਹੁਤ ਮਹੱਤਤਾ। ਜੇ ਅਸੀਂ ਆਪਦੀ ਗੱਲ ਕਰੀਏ ਤਾਂ ਸਾਡੇ ਸਰੀਰ ਦੇ ਵਿੱਚ ਵੀ 70% ਪਾਣੀ ਆ। ਜੇ ਅਸੀਂ ਧਰਤੀ ਦੇ ਉੱਤੇ ਗੱਲ ਕਰੀਏ ਤਾਂ 70% ਉੱਥੇ ਵੀ ਪਾਣੀ ਆ। ਪਰ ਪੀਣਯੋਗ ਪਾਣੀ ਦੀ ਗੱਲ ਕਰੀਏ ਤਾਂ ਪੀਣਯੋਗ ਪਾਣੀ ਬਹੁਤ ਘੱਟ ਮਾਤਰਾ ਦੇ ਵਿੱਚ ਹੈ। ਪਾਣੀ ਦੀ ਵਰਤੋਂ ਅਸੀਂ ਕਿੱਥੇ ਕਿੱਥੇ ਕਰਦੇ ਹਾਂ? ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਖੇਤਰ ਇਹੋ ਜਿਹਾ ਹੋਊ ਜਿੱਥੇ ਅਸੀਂ ਪਾਣੀ ਦੀ ਵਰਤੋਂ ਨਾ ਕਰਦੇ ਹੋਈਏ। ਜੇ ਅਸੀਂ ਮਨੁੱਖ ਆਪਣੇ ਘਰ ਦੇ ਵਿੱਚ ਲਾਈਏ, ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਅਸੀਂ ਸਿਰਫ ਤੇ ਸਿਰਫ ਪਾਣੀ ਦੀ ਹੀ ਵਰਤੋਂ ਕਰਦੇ ਹਾਂ। ਜੇ ਰਾਤ ਨੂੰ ਅਸੀਂ ਪੈਣ ਵੇਲੇ ਲਾਸਟ ਗਲਾਸ ਪਾਣੀ ਦਾ ਪੀ ਕੇ ਪੈਂਦੇ ਹਾਂ,
ਸਵੇਰੇ ਅਸੀਂ ਪਾਣੀ ਪੀਣ ਤੋਂ ਹੀ ਚਾਹ ਬਣਾਉਣ ਤੋਂ ਸਾਰੀਆਂ ਚੀਜ਼ਾਂ ਜਿਹੜੀਆਂ ਪਾਣੀ ਤੋਂ ਹੀ ਸ਼ੁਰੂ ਕਰਦੇ ਹਾਂ। ਮੈਨੂੰ ਲੱਗਦਾ ਨਹੀਂ ਵੀ ਵਰਤੋਂ ਅਸੀਂ ਕਿੱਥੇ ਕਿੱਥੇ ਕਰਦੇ ਹਾਂ। ਜੇ ਘਰ ਤੋਂ ਲਾਈਏ, ਬਾਹਰੋਂ ਲਾਈਏ, ਕਿਤੋਂ ਵੀ ਲਗਾਈਏ ਤਾਂ ਪਾਣੀ ਦੀ ਵਰਤੋਂ ਬਾਰੇ ਮੈਨੂੰ ਲੱਗਦਾ ਨਹੀਂ ਵੀ ਦੱਸਣ ਦੀ ਲੋੜ ਪੈਣੀ ਆ। ਬਿਜਲੀ ਤੋਂ ਕੀ ਭਾਵ ਹੈ? ਹੁਣ ਜੇ ਅਸੀਂ ਬਿਜਲੀ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਪਹਿਲਾਂ ਤਸਵੀਰਾਂ ਦੇ ਵਿੱਚ ਦਿਖਾਇਆ ਪਿਆਰੇ ਬੱਚਿਓ, ਬਿਜਲੀ ਵੀ ਪਾਣੀ ਦੇ ਉੱਤੇ ਹੀ ਖੜੀ ਆ। ਤੇ ਜਿਹੜੇ ਸਾਡੇ ਥਰਮਲ ਨੇ ਜਾਂ ਕੋਲੇ ਰਾਹੀਂ ਘੱਟ ਬਿਜਲੀ ਪੈਦਾ ਹੋ ਰਹੀ ਆ, ਤੇ ਜਿੱਥੇ ਸਾਡੇ ਕੋਲੇ ਪਾਣੀ ਆ ਅਸੀਂ ਪਾਣੀ ਤੋਂ ਵੀ ਬਿਜਲੀ ਪੈਦਾ ਕਰ ਰਹੇ ਹਾਂ। ਭਾਰਤ ਵਿੱਚ ਬਿਜਲੀ ਦੇ ਮੁੱਖ ਸਾਧਨ ਕਿਹੜੇ-ਕਿਹੜੇ ਹਨ? ਅਸੀਂ ਅੱਜ ਗੱਲ ਕਰਾਂਗੇ ਕਿਹੜੇ-ਕਿਹੜੇ ਸਾਧਨ ਨੇ ਜਿਹੜੇ ਭਾਰਤ ਦੇ ਵਿੱਚ ਲਾਗੂ ਨੇ ਤੇ ਅਸੀਂ ਉਹਨਾਂ ਦੇ ਰਾਹੀਂ ਬਿਜਲੀ ਪੈਦਾ ਕਰਦੇ ਹਾਂ। ਖੇਤੀਬਾੜੀ ਨੂੰ ਪਾਣੀ ਦੋ ਢੰਗਾਂ ਦੇ ਨਾਲ ਮਿਲ ਸਕਦਾ ਹੈ। ਇੱਕ ਕੁਦਰਤੀ ਸਾਧਨ ਜਿਵੇਂ ਵਰਖਾ ਰਾਹੀਂ, ਦੂਜਾ ਬਨਾਵਟੀ ਸਾਧਨ। ਜੇ ਅਸੀਂ ਪਾਣੀ ਦੀ ਗੱਲ ਕਰਦੇ ਹਾਂ, ਸਿੰਚਾਈ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਵਰਖਾ ਦੇ ਰੂਪ 'ਚ ਪਾਣੀ ਮਿਲਦਾ, ਤੇ ਦੂਜਾ ਬਨਾਵਟੀ ਹੁਣ ਸਾਧਨ ਕੀ ਆ? ਬਨਾਵਟੀ ਮਨੁੱਖ ਨੇ ਪੈਦਾ ਕੀਤਾ। ਖੂਹ, ਟਿਊਬਵੈੱਲ, ਤਲਾਬ। ਪਹਿਲਾਂ ਖੂਹ ਹੁੰਦੇ ਸੀ, ਫਿਰ ਉਹਦਾ ਬਦਲਵਾਂ ਰੂਪ ਹੋਇਆ ਟਿਊਬਵੈੱਲ। ਉਦੋਂ ਪਹਿਲਾਂ ਤਲਾਬ ਹੁੰਦੇ ਸੀ। ਨਹਿਰਾਂ ਹੁਣ ਵੀ ਨੇ, ਪਰ ਨਹਿਰਾਂ ਦੇ ਵਿੱਚ ਪਾਣੀ ਬਹੁਤ ਘੱਟ ਆ। ਟਿਊਬਵੈੱਲਾਂ ਦੀ ਥਾਂ 'ਤੇ ਮੋਟਰਾਂ ਨੇ ਲੈ ਲਈ। ਭਾਰਤ ਦੇ ਭਿੰਨ-ਭਿੰਨ ਪ੍ਰਦੇਸ਼ਾਂ ਵਿੱਚ ਵਰਖਾ ਦੀ ਵੰਡ ਬਹੁਤ ਅਸਮਾਨ ਹੈ। ਇੱਕ ਪਾਸੇ ਬਹੁਤ ਅਧਿਕ ਵਰਖਾ ਹੁੰਦੀ ਹੈ, ਦੂਜੇ ਪਾਸੇ ਬਹੁਤ ਹੀ ਘੱਟ। ਦੇਖੋ ਜੀ, ਹਰੇਕ ਥਾਂ ਦੇ ਉੱਤੇ ਜਿਹੜੀ ਅਸਮਾਨ ਵੰਡ ਆ ਇਹ ਕਲੀਅਰ ਆ। ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਕੁਛ ਥਾਵਾਂ ਦੇ, ਕੁਛ ਸਟੇਟਾਂ ਦੇ ਵਿੱਚ ਹੜ੍ਹ ਆਏ ਹੋਏ ਆ, ਕੁਛ ਸਟੇਟਾਂ ਦੇ ਵਿੱਚ ਸੋਕੇ ਵਰਗੀ ਸਥਿਤੀ ਆ, ਕੁਛ ਦੇ ਵਿੱਚ ਮੀਡੀਅਮ ਆ, ਕੁਛ ਵਰਖਾ ਹੋ ਰਹੀ ਆ। ਤੇ ਇੱਕ ਇਹਨੂੰ ਅਸੀਂ ਅਸਮਾਨ ਵੰਡ ਕਹਿ ਸਕਦੇ ਹਾਂ। ਤਾਂ ਵਰਖਾ ਵਾਲੇ ਪ੍ਰਦੇਸ਼ਾਂ ਵਿੱਚ ਸਿੰਚਾਈ ਦਾ ਬਹੁਤ ਅਧਿਕ ਮਹੱਤਵ ਹੁੰਦਾ ਹੈ। ਜ਼ਿਆਦਾ ਵਰਖਾ ਜੁਲਾਈ ਤੋਂ ਸਤੰਬਰ ਤੱਕ ਹੁੰਦੀ ਹੈ, ਤੇ ਅਸੀਂ ਉਹਦੀ ਵੀ ਗੱਲ ਕਰਦੇ ਹਾਂ ਤਾਂ ਜਿਹੜੀ ਮੋਸਟਲੀ ਵਰਖਾ ਜੁਲਾਈ ਤੋਂ ਸਤੰਬਰ ਤੱਕ ਹੋ ਜਾਂਦੀ ਹੈ। ਕਿਉਂਕਿ ਜੇ ਜੁਲਾਈ ਤੋਂ ਸਤੰਬਰ ਤੱਕ ਵਿੱਚ ਕੋਈ ਇੱਕ ਫਸਲ ਹੋ ਸਕਦੀ ਆ, ਜੁਲਾਈ ਤੋਂ ਸਤੰਬਰ ਨਹੀਂ ਹੋ ਸਕਦੀ, ਕਿਉਂਕਿ ਉਦੋਂ ਇੱਕ ਫਸਲ ਪੱਕੀ ਹੁੰਦੀ ਹੈ, ਇੱਕ ਫਸਲ ਤਿਆਰ ਕਰਨੀ ਹੁੰਦੀ ਆ। ਤਾਂ ਜੁਲਾਈ ਤੋਂ ਸਤੰਬਰ ਤੇ ਬਾਕੀ ਜਿਹੜੇ ਮਹੀਨੇ ਰਹਿ ਗਏ ਸੀ ਉਹਦੇ ਵਿੱਚ ਪਾਣੀ ਦੀ ਵਰਤੋਂ ਆ ਜਿਹੜੀ ਸਾਨੂੰ ਨਹੀਂ ਮਿਲਦੀ। ਅਸੀਂ ਉਹ ਕਿੱਥੇ ਕਰਦੇ ਹਾਂ? ਬਨਾਵਟੀ ਸਾਧਨਾਂ ਦੇ ਰਾਹੀਂ। ਸਰਦੀਆਂ ਵਿੱਚ ਵਰਖਾ ਪੰਜਾਬ, ਹਰਿਆਣਾ, ਤਾਮਿਲਨਾਡੂ ਤੋਂ ਬਿਨਾਂ ਹੋਰ ਕਿਤੇ ਨਹੀਂ ਹੁੰਦੀ। ਬਹੁਤ ਇੰਪੋਰਟੈਂਟ ਚੀਜ਼ ਆ ਇਹ। ਸਰਦੀਆਂ ਦੇ ਵਿੱਚ ਜੇ ਸਾਡੇ ਕੋਲੇ ਵਰਖਾ ਹੁੰਦੀ ਆ ਤਾਂ 3 ਸਟੇਟਾਂ ਦੇ ਵਿੱਚ ਹੀ ਹੁੰਦੀ ਆ, ਪੰਜਾਬ, ਹਰਿਆਣਾ, ਤਾਮਿਲਨਾਡੂ। ਤਾਂ ਇਸ ਲਈ ਸਾਲ ਵਿੱਚ 2 ਫਸਲਾਂ ਪੈਦਾ ਕਰਨ ਦੇ ਲਈ ਸਿੰਚਾਈ ਦੀ ਬਹੁਤ ਲੋੜ ਹੈ। ਛੋਟੀਆਂ ਸਿੰਚਾਈ ਯੋਜਨਾਵਾਂ ਵਿੱਚ ਮੁੱਖ ਰੂਪ ਨਾਲ ਟਿਊਬਵੈੱਲਾਂ, ਖੂਹਾਂ, ਬਿਜਲੀ ਨਾਲ ਚੱਲਣ ਵਾਲੇ ਪੰਪ ਸੈੱਟਾਂ, ਤਲਾਬਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਪਾਣੀ ਦੀ ਘਾਟ ਵਾਲੇ ਖੇਤਰਾਂ ਵਿੱਚ ਸਿੰਚਾਈ ਦੀਆਂ ਇਹਨਾਂ ਯੋਜਨਾਵਾਂ ਦਾ ਬਹੁਤ ਅਧਿਕ ਮਹੱਤਵ ਹੈ। ਤਾਂ ਅਸੀਂ ਜੇ ਗੱਲ ਕਰਦੇ ਹਾਂ ਬਿਜਲੀ ਤੇ ਸ਼ਕਤੀ ਦਾ, ਪਹਿਲਾਂ ਵੀ ਗੱਲ ਕਰਿਆ, ਸਿੰਚਾਈ ਦੇ ਲਈ ਪਾਣੀ ਦੀ ਲੋੜ ਆ, ਬਿਜਲੀ ਦੇ ਲਈ ਪਾਣੀ ਦੀ ਲੋੜ ਆ, ਸਾਨੂੰ ਜਿਉਣ ਦੇ ਲਈ ਪਾਣੀ ਦੀ ਲੋੜ ਆ। ਤਾਂ ਪਾਣੀ, ਹੁਣ ਬਿਜਲੀ ਤੇ ਸ਼ਕਤੀ ਹੈ ਕੀ ਆ? ਅਸੀਂ ਬਿਜਲੀ ਤੇ ਸ਼ਕਤੀ ਦੀ ਗੱਲ ਕਰਾਂਗੇ, ਫਿਰ ਅਸੀਂ ਸਿੰਚਾਈ ਦੀ ਗੱਲ ਕਰਾਂਗੇ। ਹਰੇਕ ਅਰਥ ਵਿਵਸਥਾ ਦੀ ਆਰਥਿਕ ਸੰਰਚਨਾ ਵਿੱਚ ਅਸੀਂ ਕਿਹੜਾ ਲੈਸਨ ਪੜ੍ਹ ਰਹੇ ਹਾਂ? ਆਰਥਿਕ ਸੰਰਚਨਾ। ਆਰਥਿਕ ਸੰਰਚਨਾ ਦੇ ਵਿੱਚ ਮਹੱਤਵਪੂਰਨ ਰੋਲ ਆ ਬਿਜਲੀ ਦਾ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ, ਜੇ ਆਰਥਿਕ ਸੰਰਚਨਾ ਉਨੀ ਮਜ਼ਬੂਤ ਹੋਊ, ਉਨਾ ਵਿਕਸਿਤ ਦੇਸ਼ ਹੋਊ, ਜਿੰਨੀ ਬਿਜਲੀ ਸ਼ਕਤੀ ਤੇ ਯਾਤਾਯਾਤ ਦੇ ਸਾਧਨ ਨੇ ਉੱਥੋਂ ਦੇ ਪ੍ਰਫੁੱਲਤ ਹੋਣਗੇ। ਬਿਜਲੀ ਸ਼ਕਤੀ ਜਾਂ ਬਿਜਲੀ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਪ੍ਰਤੀ ਵਿਅਕਤੀ ਬਿਜਲੀ ਦਾ ਉਪਭੋਗ ਬਹੁਤ ਘੱਟ ਸੀ, ਪਰ ਆਜ਼ਾਦੀ ਪਿੱਛੋਂ ਇਸ ਵਿੱਚ ਲਗਾਤਾਰ ਵਾਧਾ ਹੋਇਆ। ਦੇਸ਼ ਵਿੱਚ ਬਿਜਲੀ ਦਾ ਵਾਧਾ ਹੋਇਆ ਉਪਭੋਗ ਇਸ ਗੱਲ ਦਾ ਪ੍ਰਤੀਕ ਹੈ ਕਿ ਆਧੁਨਿਕ ਉਦਯੋਗਾਂ ਦੀ ਜ਼ਿਆਦਾ ਸਥਾਪਨਾ ਹੋ ਰਹੀ ਹੈ। ਕਿਉਂਕਿ ਜਿਵੇਂ ਜਿਵੇਂ ਸਾਡੀ, ਦੇਖੋ, ਅਸੀਂ ਹਰੇਕ ਚੀਜ਼ ਆ ਜਿਹੜੀ ਸਾਨੂੰ ਬਹੁਤ ਆਸਾਨੀ ਦੇ ਨਾਲ ਮਿਲ ਰਹੀ ਹੈ। ਜੇ ਅਸੀਂ ਪੱਖਾ, AC, ਫਰਿੱਜ, ਕੂਲਰ, ਕੋਈ ਵੀ ਚੀਜ਼ ਲੈਣੀ ਹੋਵੇ, ਮਧਾਣੀ, ਮਿਕਸੀ, ਠੀਕ ਆ, ਉਹ ਸਾਨੂੰ ਆਸਾਨੀ ਦੇ ਨਾਲ ਤਾਂ ਮਿਲਦੀ ਆ ਕਿਉਂਕਿ ਉਦਯੋਗਾਂ ਦਾ ਵਿਕਾਸ ਹੋਇਆ। ਉਦਯੋਗਾਂ ਨੇ ਉਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਤੇ ਸਾਨੂੰ ਸਸਤੇ ਰੂਪ ਦੇ ਵਿੱਚ ਮਿਲੀਆਂ। ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇਹ ਉਦਯੋਗਾਂ ਦੀ ਤਸਵੀਰ ਹੈ ਜਿੱਥੇ ਚੀਜ਼ਾਂ ਨੇ ਜਿਹੜੀਆਂ ਬਣਦੀਆਂ ਨੇ। ਤਾਂ ਅਰਥ ਵਿਵਸਥਾ ਦੀ ਸਥਾਪਨਾ ਹੋਈ। ਅਰਥ ਵਿਵਸਥਾ ਦੀ ਸਥਾਪਨਾ ਹੋਣ ਦੇ ਨਾਲ ਬਿਜਲੀ ਦੀ ਵਰਤੋਂ ਆ ਜਿਹੜੀ ਉਹ ਵਧੀ। ਤਾਂ ਬਿਜਲੀ ਦੇ ਵਰਤੋਂ ਦੇ ਸਾਧਨ ਨੇ ਸਾਡੇ ਕੋਲੇ ਸੀਮਿਤ ਨੇ। ਤਾਂ ਸਾਡੇ ਕੋਲੇ ਸਾਧਨ ਨੇ ਬਿਜਲੀ ਦੇ 3 ਪ੍ਰਕਾਰ ਦੇ ਸਾਧਨ ਨੇ। ਪਹਿਲਾਂ ਹੀ ਆਪਾਂ ਗੱਲ ਕਰਕੇ ਹਟੀਆਂ, ਮੈਂ ਤੁਹਾਨੂੰ ਪਹਿਲਾਂ ਪਿਕਚਰ ਦਿਖਾਈ ਸੀ ਸਾਰਿਆਂ ਨੂੰ ਸਟਾਰਟਿੰਗ ਦੇ ਵਿੱਚ ਪਰਮਾਣੂ ਬਿਜਲੀ ਦੀ। ਦੇਖੋ ਸਾਰਿਆਂ ਨੂੰ ਨੀਚੇ ਤਸਵੀਰ ਆ, ਉਹ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਪੁੱਛਿਆ ਸੀ ਵੀ ਤੁਹਾਨੂੰ ਕੀ ਲੱਗ ਰਹੀ ਹੈ ਇਹ। ਤਾਂ ਇਹ ਪਰਮਾਣੂ ਬਿਜਲੀ ਦੀ ਤਸਵੀਰ ਆ। ਪਹਿਲੀ ਦੇਖੋ ਤੁਸੀਂ ਥਰਮਲ ਦੀ ਤਸਵੀਰ ਆ, ਤਾਪ ਬਿਜਲੀ ਦੀ, ਜਿਹਨੂੰ ਅਸੀਂ ਤਾਪ ਬਿਜਲੀ ਕਹਿੰਦੇ ਆ ਤੇ ਥਰਮਲ ਬਿਜਲੀ ਕਹਿੰਦੇ ਆ। ਉਸ ਤੋਂ ਬਾਅਦ ਵਾਟਰ ਬਿਜਲੀ, ਜਲ ਬਿਜਲੀ, ਉਸ ਤੋਂ ਬਾਅਦ ਪਰਮਾਣੂ ਬਿਜਲੀ। ਸਾਡੇ ਕੋਲੇ 3 ਪ੍ਰਕਾਰ ਦੀ ਬਿਜਲੀ ਆ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ, ਜਿਹੜੀ ਬਿਜਲੀ ਅਸੀਂ ਵਰਤਦੇ ਹਾਂ ਉਹ ਮੋਸਟਲੀ ਜਲ ਬਿਜਲੀ ਤੋਂ ਪੈਦਾ ਹੁੰਦੀ ਆ। ਜਿਹੜੀ ਤਾਪ ਬਿਜਲੀ ਤੋਂ ਕੋਲੇ ਦੇ, ਜਿੰਨੇ ਸਾਡੇ ਕੋਲੇ ਕੋਲੇ ਦੇ ਭੰਡਾਰ ਸੀ, ਅਸੀਂ ਬਹੁਤ ਜ਼ਿਆਦਾ ਵਰਤੋਂ ਦੇ ਵਿੱਚ ਕਰ ਰਹੇ ਹਾਂ।
ਤੇ ਜਿਹੜੀ ਪਰਮਾਣੂ ਬਿਜਲੀ ਆ, ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਭਾਰਤ ਦੇ ਵਿੱਚ ਪਰਮਾਣੂ ਬਿਜਲੀ ਦੀ ਵਰਤੋਂ ਆ ਜਿਹੜੀ ਅਸੀਂ ਪਰਮਾਣੂ ਤੋਂ ਬਿਜਲੀ ਨਹੀਂ ਤਿਆਰ ਕਰਦੇ, ਬਹੁਤ ਘੱਟ ਮਾਤਰਾ ਦੇ ਵਿੱਚ ਪਰਮਾਣੂ ਬਿਜਲੀ ਤਿਆਰ ਕਰਦੇ ਆ। ਭਾਵੇਂ ਸਾਡਾ ਦੇਸ਼ ਹੈ ਜਿਹੜਾ ਵਿਕਸਿਤ ਆ। ਤਾਂ ਤਾਪ ਬਿਜਲੀ, ਹੁਣ ਤਾਪ ਬਿਜਲੀ ਦੀ ਤਸਵੀਰ ਦੇਖ ਰਹੇ ਹੋ ਤੁਸੀਂ। ਇਹ ਬਿਜਲੀ ਤਾਪ ਬਿਜਲੀ ਸਟੇਸ਼ਨਾਂ ਵਿੱਚ ਕੋਲੇ ਤੋਂ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿੱਚ ਬਿਜਲੀ ਪੈਦਾ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ। ਠੀਕ ਹੈ ਜੀ, ਸਭ ਤੋਂ ਵੱਧ ਬਿਜਲੀ ਜੇ ਅਸੀਂ ਗੱਲ ਕਰੀਏ ਕੋਲੇ ਦੀ ਆ, ਤਾਂ ਉਹਦੇ ਵਿੱਚ ਮੈਂ ਐਨੀਮੇਸ਼ਨ 'ਚ ਲਗਾਈਆਂ ਹੋਈਆਂ ਨੇ, ਥੱਲੇ ਪਿਕਚਰ ਦਿਖਾਈਆਂ ਹੋਈਆਂ ਨੇ। ਕੋਲਾ ਕਿਵੇਂ ਥਰਮਲ ਦੇ ਵਿੱਚ ਜਾਂਦਾ, ਕਿਵੇਂ ਧੂੰਆਂ ਉੱਠਦਾ, ਕਿੱਦਾਂ ਉਹਨਾਂ ਦੀਆਂ ਥੱਲੇ ਵਾਇਰਸ ਲੱਗੀਆਂ ਹੋਈਆਂ ਨੇ ਤੇ ਬਿਜਲੀ ਹੈ ਜਿਹੜੀ ਇਕੱਠੀ ਹੁੰਦੀ ਆ। ਠੀਕ ਆ, ਜਿਵੇਂ ਅਸੀਂ ਸੂਰਜੀ ਊਰਜਾ ਵਾਸਤੇ ਇੱਕ ਆਪਣੇ ਘਰੇ ਸੋਲਰ ਸਿਸਟਮ ਲਗਾ ਰਹੇ ਹਾਂ, ਉਸੇ ਤਰ੍ਹਾਂ ਹੀ ਥਰਮਲ ਜਿਹੜਾ ਇਹ ਕੰਮ ਕਰਦਾ, ਉਹ ਸੂਰਜ ਦੀ ਰੋਸ਼ਨੀ ਨਾਲ ਗਰਮ ਹੁੰਦਾ। ਤਾਂ ਇਹ ਥਰਮਲ ਆ ਜਿਹੜਾ ਇਹ ਕੋਲੇ ਦੀ ਅੱਗ ਦੇ ਨਾਲ ਜਿਹੜਾ ਗਰਮ ਹੁੰਦਾ ਤੇ ਉੱਥੋਂ ਬਿਜਲੀ ਪੈਦਾ ਹੁੰਦੀ ਹੈ। ਤਾਂ ਤਸਵੀਰਾਂ ਦੇ ਵਿੱਚ ਮੈਂ ਇਸ ਕਰਕੇ ਹੀ ਐਨੀਮੇਸ਼ਨ ਜਿਹੀਆਂ ਲਗਾਈਆਂ ਨੇ ਜੇ ਤੁਹਾਨੂੰ ਕਲੀਅਰ ਹੋ ਜਾਏ ਇਹ ਲੈਸਨ। ਤਾਂ ਉਸ ਤੋਂ ਬਾਅਦ ਜੇ ਅਸੀਂ ਕਰੀਏ ਜਲ ਬਿਜਲੀ, ਹੁਣ ਜਲ ਬਿਜਲੀ ਦੇ ਵਿੱਚ ਤੁਹਾਨੂੰ ਦਿਖ ਹੀ ਰਿਹਾ, ਤੁਸੀਂ ਵੱਡੇ ਵੱਡੇ ਭਾਖੜਾ ਡੈਮ ਦੇਖੇ ਹੋਣੇ। ਠੀਕ ਆ, ਬਹੁਤ ਡੈਮ ਦੇਖੇ ਹੋਣੇ ਜਿੱਥੇ ਪਾਣੀ ਬਹੁਤ ਤੇਜ਼ ਰਫ਼ਤਾਰ ਦੇ ਨਾਲ ਜਾਂਦਾ। ਤਾਂ ਜਦੋਂ ਤੇਜ਼ ਰਫ਼ਤਾਰ ਦੇ ਨਾਲ ਜਾਂਦਾ, ਜਿੱਥੇ ਪਾਣੀ ਤੇਜ਼ ਰਫ਼ਤਾਰ ਦੇ ਨਾਲ ਜਾਂਦਾ, ਉੱਥੇ ਮਸ਼ੀਨਾਂ ਲਗਾਈਆਂ ਜਾਂਦੀਆਂ ਨੇ, ਇੱਕ ਡੈਮ ਬਣਾਇਆ ਜਾਂਦਾ, ਉਹਨਾਂ ਨੂੰ ਚਲਾਇਆ ਜਾਂਦਾ, ਉਹਨਾਂ ਨੂੰ ਚਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਹ ਬਿਜਲੀ ਤੇਜ਼ੀ ਨਾਲ ਵਹਿ ਰਹੀਆਂ ਨਦੀਆਂ ਉੱਤੇ ਉੱਚੇ ਡੈਮ ਬਣਾ ਕੇ ਉਹਨਾਂ ਦੇ ਪਾਣੀ ਨਾਲ ਮਸ਼ੀਨਾਂ ਚਲਾ ਕੇ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿੱਚ ਬਹੁਮੁਖੀ ਨਦੀ ਘਾਟੀ ਯੋਜਨਾਵਾਂ ਦੇ ਵਿਕਾਸ ਨਾਲ ਬਿਜਲੀ ਦਾ ਉਤਪਾਦਨ ਵੱਧਦਾ ਜਾ ਰਿਹਾ ਹੈ। ਦੇਖੋ ਜੀ, ਜਿੰਨੀ ਆਪਾਂ ਕਰ ਰਹੇ ਹਾਂ ਵੀ ਮੈਂ ਤੁਹਾਨੂੰ ਕਿਹਾ ਵੀ ਜਲ ਬਿਜਲੀ ਆ, ਕਿਉਂਕਿ ਕੋਲੇ ਦੀ ਮਾਤਰਾ ਸਾਨੂੰ ਮੋਸਟਲੀ ਘੱਟ ਦੇ ਨਾਲ ਸਾਨੂੰ ਜਿਹੜਾ ਬਿਜਲੀ ਦੀ ਲੋੜ ਵੱਧ ਰਹੀ ਆ, ਤਾਂ ਅਸੀਂ ਜਿਹੜੀਆਂ ਜਲ ਬਿਜਲੀ ਦੀ ਬਹੁਤ ਵਰਤੋਂ ਕਰ ਰਹੇ ਹਾਂ। ਜਿੱਥੇ ਜਿੱਥੇ ਸਾਡੇ ਕੋਲੇ ਸਾਧਨ ਨੇ, ਨਦੀਆਂ ਨੇ, ਬਹੁਮੁਖੀ ਯੋਜਨਾਵਾਂ ਨੇ, ਘਾਟੀਆਂ ਨੇ, ਅਸੀਂ ਉੱਥੇ ਜਿਹੜੇ ਬੰਨ ਬਣਾ ਕੇ, ਡੈਮ ਬਣਾ ਕੇ, ਪੂਰੀ ਤੇਜ਼ ਮੀਂਹ ਪਾਣੀ ਵਰਸਦਾ, ਉੱਥੇ ਅਸੀਂ ਮਸ਼ੀਨਾਂ ਲਗਾਉਂਦੇ ਹਾਂ ਤੇ ਕੀ ਕਰਦੇ ਨੇ, ਜਲ ਬਿਜਲੀ ਪੈਦਾ ਹੁੰਦੀ ਹੈ। ਜਿਸ ਤਰ੍ਹਾਂ ਤੁਹਾਨੂੰ ਤਸਵੀਰ ਦੇ ਵਿੱਚ ਪਾਣੀ ਹੈ ਜਿਹੜਾ ਦਿਖ ਰਿਹਾ, ਉੱਪਰੋਂ ਆ ਰਿਹਾ, ਜਿਹੜੀਆਂ ਉਹ ਦਿਖਾ ਰਹੇ ਨਾ, ਸਲਾਈਡਾਂ ਦਿਖਾ ਰਹੀਆਂ ਹੋਈਆਂ ਨੇ ਜਾਂ ਗਰਿੱਲ ਦਿਖਾ ਰਹੇ ਨੇ, ਉਹ ਇੱਕ ਕੀ ਲਗਾਇਆ ਹੋਇਆ, ਡੈਮ ਬਣਾਇਆ ਹੋਇਆ। ਤਾਂ ਇਸ ਤਰ੍ਹਾਂ ਜਿਹੜਾ ਭਾਰਤ ਦੇਸ਼ ਸੰਸਾਰ ਦੇ ਉਹਨਾਂ ਥੋੜ੍ਹੇ ਦੇਸ਼ਾਂ ਵਿੱਚੋਂ ਹੈ ਜੋ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਸ਼ਕਤੀ ਰੱਖਦੇ ਹਨ। ਭਾਰਤ ਵਿੱਚ ਪਰਮਾਣੂ ਸ਼ਕਤੀ ਨੂੰ ਪੈਦਾ ਕਰਨ ਲਈ ਕਾਫੀ ਮਾਤਰਾ ਵਿੱਚ ਖਣਿਜ ਮਿਲਦੇ ਹਨ, ਪਰੰਤੂ ਪਰਮਾਣੂ ਬਿਜਲੀ ਦਾ ਉਤਪਾਦਨ ਬਹੁਤ ਘੱਟ ਮਾਤਰਾ ਵਿੱਚ ਕੀਤਾ ਜਾਂਦਾ ਹੈ। ਜੇ ਅਸੀਂ ਗੱਲ ਕਰਦੇ ਹਾਂ ਪਰਮਾਣੂ ਬਿਜਲੀ ਦੀ, ਮੈਂ ਪਹਿਲਾਂ ਵੀ ਕਰਕੇ ਹਟਿਆ, ਸਾਡੇ ਕੋਲੇ ਪਰਮਾਣੂ ਬਿਜਲੀ ਪੈਦਾ ਹੋ ਸਕਦੀ ਆ, ਸਾਡੇ ਕੋਲੇ ਸਾਧਨ ਵੀ ਹਨ, ਪਰੰਤੂ ਅਸੀਂ ਬਹੁਤ ਘੱਟ ਮਾਤਰਾ ਦੇ ਵਿੱਚ ਜਿਹੜੀ ਬਿਜਲੀ ਆ ਇਹ ਪੈਦਾ ਕਰਦੇ ਹਾਂ। ਤਾਂ ਇਹਦਾ ਵੀ ਇੱਕ ਕਾਰਨ ਆ, ਕਿਉਂਕਿ ਸਾਡੇ ਕੋਲੇ ਜਿਹੜੇ ਉਤਪਾਦਨ ਦੇ ਸਾਧਨ ਨੇ ਉਹ ਸੀਮਿਤ ਨੇ। ਕਿਉਂਕਿ ਜੇ ਅਸੀਂ ਪਹਿਲਾਂ ਹੀ ਇਹ ਸਾਧਨਾਂ ਨੂੰ ਵਰਤ ਕੇ ਪਰਮਾਣੂ ਬਿਜਲੀ ਪੈਦਾ ਕਰ ਲੈਂਦੇ ਹਾਂ, ਤਾਂ ਸਾਡੇ ਕੋਲੇ ਜਿਹੜੇ ਉਹ ਸਾਧਨ ਨੇ, ਅਸੀਂ ਹੋਰ ਚੀਜ਼ਾਂ ਨੇ ਜਿਹੜੀਆਂ ਉੱਧਰੋਂ ਪਿਛੜ ਜਾਵਾਂਗੇ। ਤਾਂ ਕਰਕੇ ਅਸੀਂ ਪਰਮਾਣੂ ਬਿਜਲੀ ਆ ਜਿਹੜੀ ਉਹ ਨਹੀਂ ਪੈਦਾ ਕਰਦੇ। ਤਾਂ ਤੁਸੀਂ ਤਸਵੀਰ, ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਇਹੀ ਤਸਵੀਰ ਦਿਖਾਈ ਸੀ ਤੇ ਪਰਮਾਣੂ ਬਿਜਲੀ ਦੀ ਤਸਵੀਰ ਸੀ, ਕਿਉਂਕਿ ਇਹ ਤਸਵੀਰ ਦਿਖਾਉਣ ਦਾ ਮਤਲਬ ਇਹ ਸੀ ਕਿਉਂਕਿ ਤੁਹਾਨੂੰ ਯਾਦ ਰਹੇ ਪਰਮਾਣੂ ਬਿਜਲੀ ਇੱਦਾਂ ਦੇ ਜਿਹੜੇ ਖਣਿਜ ਪਦਾਰਥ ਹੁੰਦੇ ਆ ਕਿਵੇਂ ਤਿਆਰ ਹੁੰਦੇ ਆ। ਕਿਉਂਕਿ ਜਿਹੜਾ ਥਰਮਲ ਵਾਲਾ ਸੀ, ਦੇਖੋ ਉਹਦੇ ਵਿੱਚ ਓਪਨ ਸੀ ਚਿਮਨੀਆਂ, ਪਰ ਇਹਦੇ ਵਿੱਚ ਬੰਦ ਨੇ, ਪੁੱਟ ਕੇ ਅਸੀਂ ਜਿਹੜਾ ਤਿਆਰ ਕਰਦੇ ਹਾਂ। ਸਿੰਚਾਈ, ਹੁਣ ਅਸੀਂ ਗੱਲ ਕਰਦੇ ਹਾਂ ਸਿੰਚਾਈ ਦੀ। ਸਿੰਚਾਈ ਮੈਂ ਇਸਨੂੰ ਪਹਿਲਾਂ ਹੀ ਆਪਾਂ ਪੜ੍ਹ ਕੇ ਗਏ ਹਾਂ ਵੀ ਆਪਾਂ ਨੇ ਕਿੰਨੇ ਦੋ ਭਾਗਾਂ ਦੇ ਵਿੱਚ ਵੰਡੀ ਸੀ, ਇੱਕ ਕੁਦਰਤੀ, ਇੱਕ ਬਨਾਵਟੀ। ਠੀਕ ਹੈ ਜੀ, ਕੁਦਰਤੀ ਸਿੰਚਾਈ ਜਿਹੜੀ ਵਰਖਾ ਰਾਹੀਂ ਹੁੰਦੀ ਆ, ਠੀਕ ਆ, ਕੁਦਰਤ ਨਾਲ ਛੇੜਛਾੜ ਕਰਨ ਦੀ ਲੋੜ ਨਹੀਂ। ਪਰ ਜਿਹੜੀ ਪਹਿਲਾਂ ਸਾਡੀਆਂ ਫਸਲਾਂ ਹੁੰਦੀਆਂ ਸੀ, ਆਜ਼ਾਦੀ ਤੋਂ ਪਹਿਲਾਂ ਦੀ ਅਸੀਂ ਗੱਲ ਕਰੀਏ, ਤਾਂ ਅਸੀਂ ਉਦੋਂ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਦੇ ਸੀ, ਕਿਉਂਕਿ ਜਿਹੜੀ ਸਾਡੀ ਖੇਤੀਬਾੜੀ ਸੀ ਉਹ ਸਾਰੀ ਦੀ ਸਾਰੀ ਕਿਹਦੇ ਉੱਤੇ ਨਿਰਭਰ ਸੀ, ਕੁਦਰਤੀ ਦੇ ਵਰਖਾ ਦੇ ਉੱਤੇ ਹੀ ਨਿਰਭਰ ਸੀ। ਜਦੋਂ ਵਰਖਾ ਹੁੰਦੀ ਸੀ ਤਾਂ ਉਦੋਂ ਫਸਲਾਂ ਵਧੀਆ ਹੁੰਦੀਆਂ ਸੀ, ਤੇ ਜਦੋਂ ਵਰਖਾ ਨਹੀਂ ਹੁੰਦੀ ਸੀ ਤਾਂ ਫਸਲ ਦੇ ਨਹੀਂ ਵਧੀਆ ਹੁੰਦੀ ਸੀ। ਪਰ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰੀ, ਧਰਤੀ ਦੇ ਨਾਲ ਛੇੜਛਾੜ ਕਰੀ, ਤੇ ਬਨਾਵਟੀ ਸਾਧਨ ਨੇ ਜਿਹੜੇ ਉਹ ਅਸੀਂ ਤਿਆਰ ਕੀਤੇ, ਖੂਹ, ਟਿਊਬਵੈੱਲ, ਨਹਿਰਾਂ ਤੇ ਤਲਾਬ। ਅਸੀਂ ਹੁਣ ਉਹਨਾਂ ਦੇ ਰਾਹੀਂ ਜਦੋਂ ਖੇਤੀ ਕਰਦੇ ਹਾਂ, ਇਹਦੇ ਨਾਲ ਅਸੀਂ ਇੱਕ ਫਾਇਦਾ ਹੋਇਆ ਬਨਾਵਟੀ ਸਾਧਨਾਂ ਦੇ ਰਾਹੀਂ, ਕਿਉਂਕਿ ਅਸੀਂ ਆਪਣੀ ਮਨਚਾਹੀ ਖੇਤੀ ਕਰ ਸਕਦੇ ਹਾਂ। ਦੂਜਾ ਕਾਰਨ ਕੀ ਆ ਕਿ ਅਸੀਂ ਜਦੋਂ ਲੋੜ ਹੁੰਦੀ ਹੈ ਫਸਲ ਨੂੰ ਉਦੋਂ ਪਾਣੀ ਦੇ ਸਕਦੇ ਹਾਂ, ਪਰੰਤੂ ਹੁਣ ਫਸਲ ਜਦੋਂ ਲਗਾਈ ਆ ਕੁਦਰਤੀ ਸਾਧਨ, ਉਦੋਂ ਵਰਖਾ ਨਹੀਂ ਹੁੰਦੀ ਤਾਂ ਫਸਲ ਜਿਹੜੀ ਸੀ ਮਰ ਜਾਂਦੀ ਸੀ। ਪਰੰਤੂ ਬਨਾਵਟੀ ਦੇ ਨਾਲ ਅਸੀਂ ਜਦੋਂ ਖੇਤੀਬਾੜੀ ਕਰਨ ਲੱਗੇ, ਸਿੰਚਾਈ ਸਾਧਨ ਅਪਣਾਉਣ ਲੱਗੇ, ਤਾਂ ਜਿਹੜੀ ਸਾਡੀ ਫਸਲ ਆ ਜਿਹੜੀ ਉਹ ਹਰੀ ਕ੍ਰਾਂਤੀ ਦੇ ਰੂਪ ਵਿੱਚ 69-72 ਦੇ ਵਿੱਚ ਸਾਡੇ ਕੋਲੇ ਹਰੀ ਕ੍ਰਾਂਤੀ ਦੇ ਰੂਪ ਵਿੱਚ ਪੈਦਾ ਹੋਈ। ਤਾਂ ਇਹ ਬਹੁਤ ਵੱਡਾ ਕਾਰਨ ਆ ਜਿਹੜਾ ਖੂਹ, ਟਿਊਬਵੈੱਲ, ਨਹਿਰਾਂ ਦਾ
ਤਾਂ ਅਸੀਂ ਜਿਹੜੀ ਵਰਖਾ ਕੀਤੀ। ਤਾਂ ਜਦੋਂ ਵਰਖਾ ਅਨਿਸ਼ਚਿਤ ਹੁੰਦੀ ਆ, ਤੁਸੀਂ ਦੇਖ ਲਓ, ਤਾਂ ਉਦੋਂ ਵਰਖਾ ਫਸਲ ਵਧੀਆ ਨਹੀਂ ਹੁੰਦੀ। ਤੁਸੀਂ ਇਹ ਦੇਖ ਰਹੇ ਹੋ ਭਾਰਤ ਵਿੱਚ ਵਰਖਾ ਮਾਨਸੂਨ 'ਤੇ ਨਿਰਭਰ ਕਰਦੀ ਹੈ। ਮਾਨਸੂਨ ਅਨਿਸ਼ਚਿਤ ਹੈ। ਹਰੇਕ 4 ਜਾਂ 5 ਸਾਲਾਂ ਵਿੱਚ ਇੱਕ ਵਾਰ ਸੋਕਾ ਪੈ ਜਾਂਦਾ ਹੈ। ਇਹ ਗੱਲ ਕਲੀਅਰ ਆ ਜੇ ਅਸੀਂ ਇਕੱਲੀ ਮਾਨਸੂਨ ਦੇ ਉੱਤੇ ਹੀ ਰਵਾਂਗੇ, ਕਿਉਂਕਿ ਅਸੀਂ ਕਹਿੰਦੇ ਵੀ ਮਾਨਸੂਨ ਪੌਣਾ ਦੱਖਣੀ ਧਰੁਵ ਦੇ ਵਿੱਚੋਂ ਆਉਂਦੀਆਂ ਨੇ, ਉੱਧਰੋਂ ਆਉਂਦੀਆਂ ਨੇ, ਤਾਂ ਉਹ ਚੀਜ਼ ਸਾਡੇ 'ਤੇ ਅਪਲਾਈ ਨਹੀਂ ਹੁੰਦੀ। ਤਾਂ ਇਹ ਮੰਨ ਕੇ ਚੱਲੇ ਹੋਇਆ ਸਾਇੰਸਦਾਨ ਵਿਗਿਆਨੀ ਵੀ ਜਿਹੜੀਆਂ ਵਰਖਾ ਦੀ ਅਨਿਸ਼ਚਿਤਤਾ ਗਈ ਉਹ 4 ਜਾਂ 5 ਸਾਲ ਬਾਅਦ ਕੀ ਹੋਣੀ ਆ, ਚੇਂਜ ਹੋਣੀ ਆ। 4 ਜਾਂ 5 ਸਾਲ ਬਾਅਦ ਸੋਕਾ ਪੈਣਾ ਹੀ ਪੈਣਾ। ਤਾਂ ਇਹ ਵੀ ਵੱਡਾ ਇੱਕ ਕਾਰਨ ਆ। ਤਾਂ ਉਸ ਤੋਂ ਬਾਅਦ ਵਰਖਾ ਦੀ ਅਸਮਾਨ ਵੰਡ। ਭਾਰਤ ਦੇ ਭਿੰਨ ਪ੍ਰਦੇਸ਼ਾਂ ਵਿੱਚ ਵਰਖਾ ਦੀ ਵੰਡ ਜਿਹੜੀ ਅਸਮਾਨ ਆ, ਆਪਾਂ ਪਹਿਲਾਂ ਵੀ ਗੱਲ ਕਰੀ ਆ, ਕਿਉਂਕਿ ਹਰੇਕ ਜੇ ਆਪਾਂ ਮਹਾਰਾਸ਼ਟਰ ਦੀ ਗੱਲ ਕਰੀਏ, ਚੇਨਈ ਦੀ ਗੱਲ ਕਰੀਏ, ਗੁਜਰਾਤ ਦੀ ਗੱਲ ਕਰੀਏ, ਉੱਥੇ ਵਰਖਾ ਹੋਰ ਦੇ ਹਿਸਾਬ ਨਾਲ ਹੁੰਦੀ ਆ, ਬਹੁਤ ਤੇਜ਼ ਹੁੰਦੀ ਆ। ਅਤੇ ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਗੱਲ ਕਰੀਏ, ਵਰਖਾ ਦੀ ਵੰਡ ਆ ਜਿਹੜੀ ਉਹ ਹੋਰ ਹੁੰਦੀ ਆ। ਤਾਂ ਇੱਕ ਪਾਸੇ ਬਹੁਤ ਵਰਖਾ ਵੱਧ ਹੁੰਦੀ ਆ, ਇੱਕ ਪਾਸੇ ਬਹੁਤ ਘੱਟ ਹੁੰਦੀ ਆ। ਇਸ ਲਈ ਘੱਟ ਵਰਖਾ ਵਾਲੇ ਪ੍ਰਦੇਸ਼ਾਂ ਵਿੱਚ ਸਿੰਚਾਈ ਦਾ ਬਹੁਤ ਅਧਿਕ ਮਹੱਤਵ ਹੈ। ਅਸੀਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਜਿੱਥੇ ਸਿੰਚਾਈ ਦਾ ਮਹੱਤਵ ਆ, ਜਿੱਥੇ ਹੈ ਨਾ, ਤਾਂ ਬਹੁਤ ਜ਼ਿਆਦਾ ਆ। ਜਿੱਥੇ ਘੱਟ ਹੁੰਦੀ ਆ ਉੱਥੇ ਆਪਣਾ ਮਹੱਤਵ ਆ, ਜਿੱਥੇ ਵੱਧ ਹੁੰਦੀ ਆ ਉੱਥੇ ਆਪਣਾ ਮਹੱਤਵ ਆ। ਉੱਥੇ ਉਸ ਹੋਰ ਪ੍ਰਕਾਰ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ, ਅਤੇ ਜਿੱਥੇ ਘੱਟ ਹੁੰਦੀ ਆ ਉੱਥੇ ਆਪਾਂ ਆਪਣੀ ਮਨਚਾਹੀ ਫਸਲ ਅਪਣਾ ਸਕਦੇ ਹਾਂ, ਅਤੇ ਉਸ ਤਰ੍ਹਾਂ ਹੀ ਸਿੰਚਾਈ ਦੇ ਸਾਧਨ ਅਪਣਾ ਸਕਦੇ ਹਾਂ। ਵਰਖਾ ਦਾ ਸਮਾਂ ਸਾਡੇ ਕੋਲੇ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ, 2 ਮਹੀਨੇ 3 ਮਹੀਨੇ ਸਾਡੇ ਕੋਲ ਨਿਸ਼ਚਿਤ ਨੇ, ਜਿਹਦੇ ਵਿੱਚ ਸਾਰੀ ਦੀ ਸਾਰੀ ਵਰਖਾ ਹੋ ਜਾਂਦੀ ਹੈ। ਮੋਸਟਲੀ ਜ਼ਿਆਦਾਤਰ ਵਰਖਾ ਜੁਲਾਈ ਤੋਂ ਸਤੰਬਰ ਤੱਕ ਹੁੰਦੀ ਹੈ। ਸਰਦੀਆਂ ਵਿੱਚ ਵਰਖਾ ਪੰਜਾਬ, ਹਰਿਆਣਾ, ਤਾਮਿਲਨਾਡੂ ਤੋਂ ਬਿਨਾਂ ਹੋਰ ਕਿਤੇ ਨਹੀਂ ਹੁੰਦੀ। ਇਸ ਲਈ ਫਸਲਾਂ ਦੋ ਫਸਲਾਂ ਪੈਦਾ ਕਰਨ ਲਈ ਸਿੰਚਾਈ ਦੀ ਲੋੜ ਹੁੰਦੀ ਹੈ। ਠੀਕ ਹੈ ਜੀ। ਤਾਂ ਆਪਣੇ ਕੋਲੇ ਜਿਵੇਂ ਆਪਾਂ ਕਣਕ ਅਤੇ ਝੋਨਾ ਹੀ ਲਗਾਉਂਦੇ ਹਾਂ, ਠੀਕ ਆ, ਤਾਂ ਇਹ ਫਸਲਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਆਪਾਂ ਨੇ ਗੱਲ ਕਰੀ ਆ ਵੀ ਸਰਦੀਆਂ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਵੀ ਸਰਦੀਆਂ ਦੇ ਵਿੱਚ ਵਰਖਾ ਕਿਹੜੇ ਦੇਸ਼ਾਂ ਦੇ ਵਿੱਚ ਹੁੰਦੀ ਆ? ਪੰਜਾਬ, ਹਰਿਆਣਾ ਐਂਡ ਤਾਮਿਲਨਾਡੂ। ਤਾਂ ਇਹ 3 ਵਰਖਾ ਦੇ ਸਾਧਨ ਸੀ ਅਤੇ ਵੀਡੀਓ ਨਹੀਂ ਪਲੇ ਹੋਣੀ। ਤਾਂ ਮੈਂ ਉਸ ਤੋਂ ਬਾਅਦ ਗੱਲ ਕਰਦਾ ਭਾਰਤ ਵਿੱਚ ਸਿੰਚਾਈ ਦੀਆਂ ਯੋਜਨਾਵਾਂ ਮੁੱਖ ਰੂਪ ਵਿੱਚ 2 ਪ੍ਰਕਾਰ ਦੀਆਂ ਹੁੰਦੀਆਂ ਨੇ। ਕਿਹੜੀਆਂ ਸਿੰਚਾਈ ਦੀਆਂ ਵੱਡੀਆਂ ਜਾਂ ਬਹੁਮੁਖੀ ਯੋਜਨਾਵਾਂ, ਸਿੰਚਾਈ ਦੀਆਂ ਛੋਟੀਆਂ ਯੋਜਨਾਵਾਂ। ਠੀਕ ਹੈ ਜੀ। ਜੇ ਅਸੀਂ ਲਾਈਏ, ਅਸੀਂ ਯੋਜਨਾਵਾਂ ਬਣਾ ਕੇ ਚੱਲਦੇ ਹਾਂ, ਜੇ ਅਸੀਂ ਲਾਈਏ ਵੀ ਇੱਕ ਤਾਂ ਬਹੁਤ ਬਹੁਮੁਖੀ ਯੋਜਨਾਵਾਂ ਹੁੰਦੀਆਂ ਨੇ, ਇੱਕ ਛੋਟੀਆਂ ਯੋਜਨਾਵਾਂ ਬਣਾਉਂਦੇ ਹਾਂ। ਜਿਵੇਂ ਛੋਟੀਆਂ ਯੋਜਨਾਵਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਵੀ ਅਸੀਂ ਬਣਾਦੇ, ਚਲੋ ਪਹਿਲਾਂ ਅਸੀਂ ਕਰਦੇ ਹਾਂ ਬਹੁਮੁਖੀ ਯੋਜਨਾਵਾਂ। ਇਹ ਯੋਜਨਾਵਾਂ ਨਦੀ ਉੱਤੇ ਬੰਦ ਬਣਾਇਆ ਜਾਂਦਾ ਅਤੇ ਵਰਖਾ ਦੇ ਮੌਸਮ ਵਿੱਚ ਨਦੀਆਂ ਵਿੱਚ ਹੜ੍ਹ ਆ ਜਾਣ ਕਾਰਨ ਪਾਣੀ ਇਕੱਠਾ ਕਰ ਲੈਂਦੇ ਨੇ। ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਆ, ਕਿਉਂਕਿ ਸਾਡੇ ਕੋਲ ਪਾਣੀ ਆ ਜਿਹੜਾ, ਦੇਖੋ ਅਸੀਂ ਗੱਲ ਕਰਦੇ ਹਾਂ ਨਦੀਆਂ ਦੇ ਵਿੱਚ ਪਾਣੀ ਵੱਧ ਜਾਂਦਾ, ਤਾਂ ਉਦੋਂ ਅਸੀਂ ਕੀ ਕਰਦੇ ਹਾਂ, ਪਾਣੀ 'ਤੇ ਰੋਕ ਲਗਾ ਲੈਂਦੇ ਹਾਂ, ਬੰਨ੍ਹ ਬਣਾ ਕੇ ਅਸੀਂ ਪਾਣੀ ਨੂੰ ਇਕੱਠਾ ਕਰਦੇ ਹਾਂ। ਜਦੋਂ ਸਾਨੂੰ ਲੋੜ ਹੁੰਦੀ ਆ ਉੱਥੇ ਹੜ੍ਹ ਆਉਣ ਦੀ ਬਜਾਏ ਅਸੀਂ ਪਾਣੀ ਨੂੰ ਰੋਕ ਲੈਂਦੇ ਹਾਂ। ਪਾਣੀ ਨੂੰ ਰੋਕ ਕੇ ਅਸੀਂ ਕੀ ਕਰਦੇ ਹਾਂ, ਅਸੀਂ ਉਹਦੀ ਜਿਹੜੀ ਜਦੋਂ ਲੋੜ ਹੁੰਦੀ ਆ ਉਦੋਂ ਵਰਤੋਂ ਕਰਦੇ ਹਾਂ। ਇੱਕ ਤਾਂ ਉੱਥੇ ਕਾਰਨ ਹੁੰਦਾ ਵੀ ਪਾਣੀ ਦੀ ਵੇਸਟ ਨਹੀਂ ਹੁੰਦੀ। ਦੂਜਾ ਕੀ ਆ, ਜਿੱਥੇ ਹੜ੍ਹ ਵਰਗੀ ਸਥਿਤੀ ਹੁੰਦੀ ਆ ਉੱਥੇ ਹੜ੍ਹ ਆਉਣ ਤੋਂ ਰੁਕ ਜਾਂਦੇ ਆ। ਤਾਂ ਇਹ ਸੀ ਸਾਡੀਆਂ ਸਿੰਚਾਈ ਦੀਆਂ ਵੱਡੀਆਂ ਅਤੇ ਬਹੁਤ ਮੁੱਖੀ ਯੋਜਨਾਵਾਂ। ਇਹਦੇ ਵਿੱਚ ਸਾਡੇ ਕੋਲ ਨਦੀਆਂ ਜਿਹੜੀਆਂ ਨੇ ਬਣਾਈ ਜਾਂਦੀਆਂ ਨੇ, ਯੋਜਨਾਵਾਂ ਬਣਾਈ ਜਾਂਦੀਆਂ ਨੇ ਜਦੋਂ, ਤਾਂ ਇਹ ਉੱਥੇ ਹੀ ਬਣਾਈ ਜਾਂਦੇ ਨੇ ਜਿੱਥੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ। ਸਿੰਚਾਈ ਦੀਆਂ ਜਿਹੜੀਆਂ ਛੋਟੀਆਂ ਯੋਜਨਾਵਾਂ ਨੇ, ਜੇ ਅਸੀਂ ਉਹਦੀ ਗੱਲ ਕਰੀਏ, ਛੋਟੀਆਂ ਸਿੰਚਾਈ ਯੋਜਨਾਵਾਂ ਵਿੱਚ ਮੁੱਖ ਰੂਪ ਨਾਲ ਟਿਊਬਵੈੱਲਾਂ, ਖੂਹ, ਬਿਜਲੀ ਨਾਲ ਚੱਲਣ ਵਾਲੇ ਪੰਪ ਸੈੱਟਾਂ, ਤਲਾਵਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤਾਂ ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਵੀ ਟਿਊਬਵੈੱਲ, ਖੂਹ ਅਤੇ ਬਿਜਲੀ। ਤਾਂ ਹੁਣ ਬਿਜਲੀ ਦੇ ਨਾਲ ਅਸੀਂ ਮੋਟਰਾਂ ਚਲਾਉਂਦੇ ਹਾਂ, ਛੋਟੇ ਪੰਪ ਸੈੱਟ ਚਲਾਉਂਦੇ ਹਾਂ, ਤਲਾਬਾਂ ਨੂੰ ਕਰਦੇ ਹਾਂ। ਤਾਂ ਇਹ ਪਾਣੀ ਦੀ ਘਾਟ ਨਾਲ ਵਾਲੇ ਖੇਤਰਾਂ ਵਿੱਚ ਸਿੰਚਾਈ ਦੀਆਂ ਇਹਨਾਂ ਯੋਜਨਾਵਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ, ਕਿਉਂਕਿ ਹੁਣ ਸਾਡੇ ਕੋਲ ਕੀ ਆ, ਛੋਟੀਆਂ ਯੋਜਨਾਵਾਂ ਆਮ ਖੇਤਾਂ ਦੇ ਵਿੱਚ ਨੇ ਜਿਹੜੀਆਂ ਪੰਜਾਬ ਦੇ ਵਿੱਚ ਮੋਸਟਲੀ ਲਾਗੂ ਹੁੰਦੀਆਂ ਨੇ। ਤਾਂ ਇਹਦੇ ਵਿੱਚ ਕੀ ਆ, ਅਸੀਂ 3 ਚੀਜ਼ਾਂ ਕਰ ਲਈਆਂ, ਘਰੇ ਮੋਟਰਾਂ ਲਗਾ ਲਈਆਂ, ਨਹੀਂ ਹੈਗੇ ਟਿਊਬਵੈੱਲ ਹੈਗੇ ਆ, ਟਿਊਬਵੈੱਲ ਵਰਤ ਲਏ, ਟਿਊਬਵੈੱਲ ਨਹੀਂ ਹੈਗੇ, ਖੂਹ ਤਾਂ ਹੁਣ ਮੋਸਟਲੀ ਖਤਮ ਹੋ ਗਏ, ਬਿਜਲੀ ਨਾਲ ਚੱਲਣ ਵਾਲੇ ਪੰਪ ਸੈਟ ਬਣੇ ਹੋਏ ਆ ਉਹ ਲਗਾ ਲਏ। ਠੀਕ ਹੈ ਜੀ। ਤਲਾਬ ਬਣੇ ਹੋਏ ਆ, ਪਾਣੀ ਇਕੱਠਾ ਹੋ ਜਾਂਦਾ, ਉਹਦੀ ਵਰਤੋਂ ਕਰਦੇ ਹਾਂ। ਤਾਂ ਇਹ ਸਾਡੀਆਂ ਛੋਟੀਆਂ ਯੋਜਨਾਵਾਂ ਨੇ। ਵੱਡੀਆਂ ਯੋਜਨਾਵਾਂ ਕੀ ਨੇ? ਉਹ ਨੇ ਜਿੱਥੇ ਵੱਡੀਆਂ ਨਦੀਆਂ ਨੇ, ਪਾਣੀ ਇਕੱਠਾ ਹੁੰਦਾ, ਠੀਕ ਆ, ਵੱਡੇ ਹੜ੍ਹ ਆਉਣ ਦੀ ਸਥਿਤੀ ਹੁੰਦੀ ਆ, ਅਸੀਂ ਉੱਥੇ ਪਾਣੀ, ਉਹ ਬਹੁਮਤੀ ਯੋਜਨਾਵਾਂ ਨੇ। ਤਾਂ ਵਿਦਿਆਰਥੀਓ ਇੱਕ ਕਿਰਿਆ ਦਿੱਤੀ ਹੈ ਤੁਹਾਨੂੰ। ਹੁਣ ਜੇ ਤੁਸੀਂ ਆਹ ਫੋਟੋਆਂ ਦੇਖੋ ਤਾਂ ਤੁਹਾਡੇ ਕੋਲ 4 ਫੋਟੋਆਂ ਨੇ। ਜਿਹੜੀ ਆਪਣੇ ਕੋਲ ਪਹਿਲੀ ਤਸਵੀਰ ਆ ਉਹ ਕਿਹਦੀ ਆ? ਸਿੰਚਾਈ ਦੀ। ਦੂਸਰੀ ਤਸਵੀਰ ਆ ਜਿਹੜੀ ਪਰਮਾਣੂ ਬਿਜਲੀ ਦੀ ਦਿਖਾਈ ਹੋਈ ਆ।
तीसरी जिहड़ी पानी ताप बिजली दी जिहड़ी पानी नाल चलदी आ बिजली बनाने आ ओह आ। अगली किहड़ी आ कोले वाली बिजली। ਤਾਂ ਇਹ ਚਾਰੇ ਤਸਵੀਰਾਂ ਨੇ ਜੇ ਤੁਸੀਂ ਦੇਖੀਆਂ ਤਾਂ ਬਹੁਤ ਵਧੀਆ ਲੱਗਿਆ। ਤਾਂ ਜੇ ਅਸੀਂ ਸਿੰਚਾਈ ਦੀਆਂ ਹੋਰ ਕਿਸਮਾਂ ਬਾਰੇ ਚਾਨਣਾ ਪਾਉਂਦੇ ਹਾਂ ਤੇ ਅਸੀਂ ਆਪ ਲਿਖ ਸਕਦੇ ਹਾਂ ਤਾਂ ਰਿਫਲੈਕਸ਼ਨ ਤੁਹਾਡਾ ਕੀ ਹੋਣਾ ਚਾਹੀਦਾ, ਇਹਦੇ ਬਾਰੇ ਕੀ ਤੁਸੀਂ ਚਾਨਣਾ ਲੈਤਾ। ਭਾਰਤ ਵਿੱਚ ਸਿੰਚਾਈ ਦੀਆਂ ਮੁੱਖ ਯੋਜਨਾਵਾਂ ਦੇ ਨਾਂ ਅਸੀਂ ਲਿਖ ਲਏ। ਜੇ ਬਿਜਲੀ ਨਾ ਹੁੰਦੀ ਤਾਂ ਸਾਡੇ ਜੀਵਨ ਦੇ ਕੀ ਅਸਰ ਪੈਣਾ ਸੀ। ਹੁਣ ਤੁਸੀਂ ਸੋਚ ਕੇ ਦੇਖੋ, ਜੇ ਬਿਜਲੀ ਨਾ ਹੁੰਦੀ ਅੱਜ ਦੀ ਘੜੀ ਤਾਂ ਸਾਡੇ ਜੀਵਨ 'ਤੇ ਕੀ ਅਸਰ ਹੋਣਾ ਸੀ। ਇੱਕ ਤਾਂ ਜਿਹੜੀਆਂ ਸਾਡੀਆਂ ਛੋਟੀਆਂ ਯੋਜਨਾਵਾਂ ਨੇ ਉਹ ਨਹੀਂ ਲਾਗੂ ਹੋਣੀਆਂ ਸੀ। ਇੱਕ ਜਿਹੜੇ ਜੇ ਅਸੀਂ ਗੱਲ ਕਰੀਏ ਅੱਜ ਅਸੀਂ 1 ਮਿੰਟ ਵੀ ਅਸੀਂ ਬਿਜਲੀ ਤੋਂ ਬਿਨਾਂ ਨਹੀਂ ਰਹਿ ਸਕਦੇ, ਕਿਉਂਕਿ ਸਾਡਾ ਜਿਹੜਾ ਉਦਯੋਗਿਕ ਵਿਕਾਸ ਘਰਾਂ ਦੇ ਵਿੱਚ ਵੀ ਹੋ ਗਿਆ ਤਾਂ ਉਹ ਸਾਰਾ ਦੀ ਸਾਰਾ ਵਿਕਾਸ ਆ ਜਿਹੜਾ ਉਹ ਕਿਤੇ ਹੋ ਗਿਆ ਬਿਜਲੀ ਦੇ ਉੱਤੇ ਹੋ ਗਿਆ। ਜਦੋਂ ਬਿਜਲੀ ਅਸੀਂ ਵਰਤਦੇ ਹਾਂ ਤਾਂ ਜੇ ਮੰਨ ਲਓ ਅਸੀਂ ਅੰਦਰ ਵੜਦੇ ਹਾਂ ਪਹਿਲਾਂ ਅਸੀਂ ਕੀ ਕਰਦੇ ਹਾਂ ਬਟਨ ਦਬਦੇ ਹਾਂ ਤਾਂ ਬਿਜਲੀ ਹੀ ਆਉਂਦੀ ਆ। ਤਾਂ ਬਿਜਲੀ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਸਾਡੇ ਉੱਤੇ। ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਆ। ਤਾਂ ਜੇ ਅਸੀਂ ਉਸ ਤੋਂ ਪਹਿਲਾਂ ਇੱਕ ਉਹਦੀ ਕਰੀਏ ਆਪਾਂ ਸਾਧਨਾਂ ਦੀ ਗੱਲ ਕਰੀਏ, ਸਾਧਨਾਂ ਵੀ ਆਪਣੇ ਕੋਲੇ ਦੇਖੋ, ਜੇ ਸਾਰਿਆਂ ਨਾਲੋਂ ਵੱਧ ਦੀ ਗੱਲ ਕਰਦੇ ਹਾਂ ਸਾਰਿਆਂ ਨਾਲੋਂ ਵੱਡਾ ਰੇਲਵੇ ਦਾ ਉਹ ਆ। ਤਾਂ ਜੇ ਅਸੀਂ ਸੰਸਾਰ ਦੇ ਵਿੱਚ ਲਗਾਈਏ ਇਹ ਪਹਿਲੇ ਸਥਾਨ ਦੇ ਉੱਤੇ ਆ, ਪਰ ਜੇ ਅਸੀਂ ਏਸ਼ੀਆ ਦੇ ਵਿੱਚ ਲਗਾਈਏ ਤਾਂ ਚੌਥੇ ਸਥਾਨ ਦੇ ਉੱਤੇ ਆ। ਤਾਂ ਇਸ ਤਰ੍ਹਾਂ ਸੜਕਾਂ, ਉਸ ਤੋਂ ਬਾਅਦ ਸੜਕਾਂ ਦਾ ਨਿਰਮਾਣ ਹੋਇਆ। ਸੜਕਾਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਆਈਆਂ ਅਤੇ ਆਉਣ ਦੇ ਨਾਲ ਜਿਹੜੀਆਂ ਸੜਕਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਅਸੀਂ ਪਹੁੰਚਣਾ ਬਹੁਤ ਜ਼ਿਆਦਾ ਸਾਨੂੰ ਸੌਖਾ ਹੋਇਆ। ਠੀਕ ਆ, ਉਹਦੇ ਨਾਲ ਜਿੰਨਾ ਜਿੰਨਾ ਵਿਕਾਸ ਹੋਇਆ ਅਸੀਂ ਉਨਾ ਹੀ ਅੱਗੇ ਅੱਗੇ ਜਾਂਦੇ ਰਹੇ। ਭਾਰਤ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਤਰੱਕੀ ਦੀ ਤਾਂ ਉਹ ਸੜਕਾਂ ਦੇ ਨਾਲ ਹੋਇਆ। ਪਿੰਡਾਂ ਪ੍ਰਾਂਤਿਕ ਸੜਕਾਂ ਬਣੀਆਂ, ਰਾਸ਼ਟਰੀ ਮਾਰਗ ਬਣੇ, ਰਾਜ ਸੜਕਾਂ ਬਣੀਆਂ। ਤਾਂ ਜੇ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਾ ਸਾਡਾ ਸੰਭਵ ਹੋਇਆ ਤਾਂ ਉਹ ਸੜਕਾਂ ਦੇ ਰੂਪ 'ਚ ਹੋਇਆ। ਤਾਂ ਪਹਿਲਾ ਸੀ ਜਿਹੜਾ ਰੇਲਵੇ, ਦੂਸਰਾ ਹੋਇਆ ਸੜਕਾਂ। ਤਾਂ ਜਿਹੜਾ ਸਾਡਾ ਤੀਜਾ ਵਪਾਰ ਆ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਅਸੀਂ ਆਉਂਦੇ ਹਾਂ ਉਹ ਹੈਗਾ ਜਲ ਵਪਾਰ। ਜਲ ਦੇ ਨਾਲ ਜਿਹੜੀਆਂ ਅਸੀਂ ਜਿੰਨੀਆਂ ਸਾਡੇ ਕੋਲੇ ਬਹੁਮੁਖੀ ਯੋਜਨਾਵਾਂ ਨੇ, ਅਸੀਂ ਇੱਕ ਥਾਂ ਤੋਂ ਕਿਸ਼ਤੀਆਂ ਦੇ ਰਾਹੀਂ ਸਫ਼ਰ ਕਰੇ, ਠੀਕ ਆ, ਉਹ ਚੀਜ਼ਾਂ ਅਸੀਂ ਡਿਵੈਲਪ ਕੀਤੀਆਂ। ਤਾਂ ਇਹਦੇ ਵਿੱਚ ਅਸੀਂ 17-18 ਯੋਜਨਾਵਾਂ ਨੇ ਜਿਹੜੀਆਂ ਜੋੜੀਆਂ ਅਤੇ ਸਾਡਾ ਜਿਹੜਾ ਤਰੱਕੀ ਜਿਹੜਾ ਸਾਡਾ ਮਾਲ ਸੀ, ਕੱਚਾ ਮਾਲ, ਜਿਹੜੇ ਅਸੀਂ ਦੇਸ਼ਾਂ ਦੇ ਨਾਲ ਨਹੀਂ ਜੁੜ ਸਕਦੇ ਸੀ, ਅਸੀਂ ਉਹਨਾਂ ਦਾ ਵਪਾਰ ਜਿਹੜਾ ਅਸੀਂ ਕਿਹਦੇ ਨਾਲ ਕੀਤਾ, ਪਾਣੀ ਦੇ ਨਾਲ ਸ਼ੁਰੂ ਕੀਤਾ। ਤਾਂ ਉਸ ਤੋਂ ਅਗਲੀ ਗੱਲ ਸਾਡੀ ਰਹਿ ਗਈ ਹਵਾਈ ਯਾਤਰਾ। ਹਵਾਈ ਯਾਤਰਾ ਦੇ ਵਿੱਚ ਜਿਹੜਾ ਸਾਡਾ 16ਵਾਂ ਸਥਾਨ ਆ ਅਤੇ ਸਾਡੇ ਨਾਲ ਕੇਂਦਰੀ ਚੀਜ਼ਾਂ ਮਿਲੀਆਂ ਹੋਈਆਂ ਨੇ। ਤਾਂ ਉਹ ਚੀਜ਼ਾਂ ਮਿਲਣ ਦੇ ਨਾਲ ਜਿਹੜੀਆਂ ਸਾਡੀ ਭੂਮਿਕਾ ਮੇਨ ਆ ਜਾਂਦੀ ਆ। ਤਾਂ ਉਹਦੇ ਵਿੱਚ ਸਾਡਾ ਜਿਹੜਾ ਮੇਨ ਰੋਲ ਆ ਉਹ ਅਦਾ ਹੁੰਦਾ। ਤਾਂ ਜੇ ਅਸੀਂ ਹਵਾਈ ਸਫ਼ਰ ਕਰੀਏ, ਹਵਾਈ ਸਫ਼ਰ ਦੇ ਵਿੱਚ ਸਾਡੀਆਂ ਬਹੁਤ ਯੋਜਨਾਵਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ। ਜੇ ਅਸੀਂ ਅੱਜ ਵੀ ਅਸੀਂ ਗੱਲ ਕਰਦੇ ਹਾਂ ਵੱਡੇ ਵੱਡੇ ਮਹਾਨਗਰਾਂ ਨਾਲ, ਦੇਸ਼ਾਂ ਨਾਲ, ਸੰਸਾਰ ਦੇ ਕੋਨੇ ਤੱਕ ਜਾਣਾ, ਤਾਂ ਉਹ ਅਸੀਂ ਉਹਦੇ ਨਾਲ ਹੀ ਜਿਹੜਾ ਸਾਡਾ ਸਫ਼ਰ ਸ਼ੁਰੂ ਹੋਇਆ। ਉਦਯੋਗ ਦਾ ਵਿਕਾਸ ਵੀ ਤਾਂਹੀਓ ਹੋਇਆ ਕਿਉਂਕਿ ਕੱਚਾ ਮਾਲ ਆ। ਜੇ ਅਸੀਂ ਕਹੀਏ ਵੀ ਕੁਛ ਸਾਧਨ ਨੇ ਜਿਹੜੇ ਸਾਡੇ ਭਾਰਤ ਦੇ ਵਿੱਚੋਂ ਮਿਲ ਜਾਂਦੇ ਆ, ਕੁਛ ਸਾਧਨ ਨੇ ਅਸੀਂ ਜਿਹੜੇ ਬਾਹਰੋਂ ਮੰਗਵਾਉਣੇ ਪੈਂਦੇ ਆ, ਉਹ ਅਸੀਂ ਹਵਾਈ ਯਾਤਰਾ ਜਾਂ ਅਸੀਂ ਜਿਹੜੇ ਜਲ ਯਾਤਾਯਾਤ ਦੇ ਸਾਧਨਾਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਮੰਗਵਾ ਸਕਦੇ ਆ। ਅਦਰਵਾਈਜ਼ ਜਿਹੜਾ ਸਾਡਾ ਉਦਯੋਗੀਕਰਨ ਆ ਉਹ ਵਿਕਸਿਤ ਨਹੀਂ ਹੋਣਾ ਸੀ। ਤਾਂ ਜਿਹੜੀਆਂ ਇਹ ਚੀਜ਼ਾਂ ਦੇ ਵਿਕਾਸ ਕਰਕੇ ਹੀ ਜਿਹੜਾ ਸਾਡਾ ਉਦਯੋਗੀਕਰਨ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਤਾਂ ਇਹ ਜਿਹੜੀਆਂ ਸਿੰਚਾਈ ਦੀਆਂ ਸਾਧਨਾਂ ਸੀ, ਸਿੰਚਾਈ ਦੇ ਸਾਧਨ ਦੇ ਵਿੱਚ ਬਿਜਲੀ ਮੇਨ ਆ ਗਿਆ ਜੀ ਆਪਣੇ ਕੋਲੇ। ਅਤੇ ਆਰਥਿਕ ਵਿਕਾਸ ਦੇ ਵਿੱਚ ਦੂਜਾ ਕੀ ਹੋਇਆ, ਸਾਡੇ ਕੋਲੇ ਮੇਨ ਸਾਧਨ ਹੋ ਗਏ ਚਾਰੇ ਪ੍ਰਕਾਰ ਦੇ ਯਾਤਾਯਾਤ ਦੇ। ਤਾਂ ਉਸ ਤੋਂ ਬਾਅਦ ਆ ਗਏ ਜੀ ਸਾਡੇ ਕੋਲੇ ਭਾਰਤ ਵਿੱਚ ਬਿਜਲੀ ਦੇ ਮੁੱਖ ਸਾਧਨ ਕਿਹੜੇ ਨੇ। ਅਸੀਂ ਹੁਣੀ ਗੱਲ ਕਰਕੇ ਹਟੇ ਹਾਂ। ਭਾਰਤ ਵਿੱਚ ਡੈਸ਼ 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 ਦੇ 3 ਮੁੱਖ ਸਾਧਨ ਨੇ, ਅਸੀਂ ਗੱਲ ਕੀਤੀ ਆ। ਭਾਰਤ ਵਿੱਚ ਬਿਜਲੀ ਪੈਦਾ ਕਰਨ ਦਾ ਸਭ ਤੋਂ ਵੱਡਾ ਸਾਧਨ ਡੈਸ਼ ਹੈ। ਛੋਟੀਆਂ ਸਿੰਚਾਈ ਯੋਜਨਾਵਾਂ ਵਿੱਚ ਮੁੱਖ ਰੂਪ ਵਿੱਚ ਡੈਸ਼ ਡੈਸ਼ ਅਤੇ ਡੈਸ਼ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਸਰਦੀਆਂ ਵਿੱਚ ਡੈਸ਼ ਡੈਸ਼ ਅਤੇ ਇਹਨਾਂ ਤੋਂ ਬਿਨਾਂ ਹੋਰ ਕਿਤੇ ਨਹੀਂ ਹੁੰਦੀਆਂ। ਤਾਂ ਮੈਂ ਉੱਤਰ ਦੇਣ ਤੋਂ ਪਹਿਲਾਂ ਇੱਕ ਵਾਰ ਤੁਸੀਂ ਸੋਚ ਕੇ ਦੇਖੋ ਕਿਸੇ ਨੇ ਬੱਚੇ ਨੇ ਉੱਤਰ ਦਿੱਤੇ ਕਿ ਸਹੀ ਹੋਏ, ਕਿਉਂਕਿ ਆਪਾਂ ਜੇ ਲੈਸਨ ਪੜ੍ਹਦੇ ਹਾਂ ਜਿੰਨਾ ਚਿਰ ਅਸੀਂ ਕੁਐਸਚਨ ਨਹੀਂ ਕਰ ਸਕਦੇ ਤਾਂ ਉਨਾ ਚਿਰ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਤਾਂ ਇਹ ਨੇ ਦੇਖੋ ਜੀ ਆਨਸਰ ਉਹਦੇ। ਭਾਰਤ ਵਿੱਚ ਬਿਜਲੀ ਦੇ 3 ਸਾਧਨ ਹਨ। ਕਿੰਨੇ ਸਾਧਨ ਨੇ? 3। ਭਾਰਤ ਵਿੱਚ ਤਾਪ, ਜਲ, ਪਰਮਾਣੂ ਬਿਜਲੀ ਦੇ 3 ਮੁੱਖ ਸਾਧਨ ਨੇ। ਤਾਂ ਭਾਵੇਂ ਆਪਾਂ ਪਰਮਾਣੂ ਬਿਜਲੀ ਨੂੰ ਮੁੱਖ ਮੰਨਦੇ ਹਾਂ, ਪਰ ਪਰਮਾਣੂ ਬਿਜਲੀ ਤੋਂ ਭਾਵੇਂ ਅਸੀਂ ਘੱਟ ਕਰਦੇ ਹਾਂ। ਤਾਪ ਦਾ ਤੁਹਾਨੂੰ ਪਤਾ ਹੀ ਲੱਗ ਗਿਆ, ਹੁਣ ਅਸੀਂ ਸੂਰਜ ਤੋਂ ਵੀ ਅਸੀਂ ਕੀ ਕਰ ਰਹੇ ਹਾਂ, ਤਾਪ ਨੂੰ ਕੋਲੇ ਦੇ ਵਿੱਚ ਵੀ ਆ ਗਿਆ ਅਤੇ ਸੂਰਜ ਦੇ ਵਿੱਚ ਵੀ ਆ ਗਿਆ ਜੀ। ਭਾਰਤ ਵਿੱਚ ਬਿਜਲੀ ਪੈਦਾ ਕਰਨ ਦਾ ਡੈਸ਼ ਸਭ ਤੋਂ ਵੱਡਾ ਸਾਧਨ ਹੈ ਕੋਲਾ। ਹੁਣ ਇਸ ਤੋਂ ਬਾਅਦ ਬਣ ਰਿਹਾ ਸੂਰਜ ਵੀ ਬਣ ਰਿਹਾ, ਕਿਉਂਕਿ ਸੂਰਜ ਤੋਂ ਵੀ ਅਸੀਂ ਕਾਫੀ ਜਿਹੜੀ ਬਿਜਲੀ ਪੈਦਾ ਕਰ ਰਹੇ ਹਾਂ। ਠੀਕ ਆ, ਵੱਡੇ ਪੱਧਰ ਦੇ ਉੱਤੇ ਜਿਹੜੇ ਸੋਲਰ ਸਿਸਟਮ ਆ ਡਿਵੈਲਪ ਹੋ ਰਹੇ ਆ। ਛੋਟੀ ਸਿੰਚਾਈ ਯੋਜਨਾਵਾਂ ਵਿੱਚ ਮੁੱਖ ਰੂਪ ਵਿੱਚ ਅਸੀਂ ਗੱਲ ਕੀਤੀ ਹੈ ਖੂਹ, ਟਿਊਬਵੈੱਲ, ਖੂਹਾਂ ਅਤੇ ਤਲਾਬਾਂ ਦੀ। ਤਾਂ ਵੱਡੀ ਬਹੁਮੁਖੀ ਯੋਜਨਾ ਦੇ ਵਿੱਚ ਕਿਹਦੀ ਗੱਲ ਕੀਤੀ? ਦਮੋਦਰ ਘਾਟੀ ਦੀ। ਠੀਕ ਆ, ਵੱਡੀਆਂ ਵੱਡੀਆਂ ਨਹਿਰਾਂ ਦੀ ਗੱਲ ਕੀਤੀ। ਸਰਦੀਆਂ ਵਿੱਚ ਵਰਖਾ ਪੰਜਾਬ, ਹਰਿਆਣਾ
ਤਾਮਿਲਨਾਡੂ ਤੋਂ ਬਿਨਾਂ ਕਿਤੇ ਹੋਰ ਨਹੀਂ ਹੁੰਦੀ। ਬਹੁਤ ਇੰਪੋਰਟੈਂਟ ਕੁਐਸਚਨ ਆ। ਮੈਂ ਆਪਾਂ ਨੇ ਗੱਲ ਕਰੀ ਆ ਤਾਂ ਜੇ ਸਰਦੀਆਂ 'ਚ ਵਰਖਾ ਹੁੰਦੀ ਆ ਤਾਂ 3 ਰਾਜਾਂ ਦੇ ਵਿੱਚ ਹੀ ਹੁੰਦੀ ਆ, ਪੰਜਾਬ, ਹਰਿਆਣਾ ਐਂਡ ਤਾਮਿਲਨਾਡੂ। ਤਾਂ ਜੇ ਅਸੀਂ ਕੁਐਸਚਨਾਂ ਦੀ ਗੱਲ ਕਰਦੇ ਹਾਂ, ਭਾਰਤ ਵਿੱਚ ਬਿਜਲੀ ਦੇ 3 ਮੁੱਖ ਸਾਧਨ ਕਿਹੜੇ ਨੇ? ਤਾਪ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ? ਜਲ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ? ਪਰਮਾਣੂ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ? ਭਾਰਤ ਵਿੱਚ ਸਿੰਚਾਈ ਦੀਆਂ ਮੁੱਖ ਯੋਜਨਾਵਾਂ ਦੇ ਨਾਮ। ਤਾਂ ਜਿਹੜੀ ਭਾਰਤ ਵਿੱਚ ਬਿਜਲੀ ਦੇ 3 ਮੁੱਖ ਸਾਧਨ ਨੇ ਅਸੀਂ ਗੱਲ ਕੀਤੀ, ਤਾਂ ਤਿੰਨੇ ਸਾਧਨ ਕਿਹੜੇ ਕਿਹੜੇ ਨੇ? ਉਹ ਤਾਪ ਬਿਜਲੀ, ਜਲ ਬਿਜਲੀ, ਪਰਮਾਣੂ ਬਿਜਲੀ। ਤਾਪ ਬਿਜਲੀ, ਇਹ ਬਿਜਲੀ ਤਾਪ ਬਿਜਲੀ ਸਟੇਸ਼ਨਾਂ ਵਿੱਚੋਂ ਕੋਲੇ ਤੋਂ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿੱਚ ਬਿਜਲੀ ਪੈਦਾ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ। ਤਾਂ ਅਸੀਂ ਉਦੋਂ ਬਾਅਦ ਕਰੀ ਜਲ ਬਿਜਲੀ ਦੀ ਗੱਲ। ਜਲ ਬਿਜਲੀ, ਇਹ ਬਿਜਲੀ ਤੇਜ਼ੀ ਨਾਲ ਵਹਿ ਰਹੀਆਂ ਨਦੀਆਂ ਉੱਤੇ ਉੱਚੇ ਡੈਮ ਬਣਾ ਕੇ ਉਹਨਾਂ ਦੇ ਪਾਣੀ ਨਾਲ ਮਸ਼ੀਨਾਂ ਚਲਾ ਕੇ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿੱਚ ਬਹੁਮੁਖੀ ਨਦੀ ਯੋਜਨਾਵਾਂ ਦੇ ਵਿਕਾਸ ਵਿੱਚ ਬਿਜਲੀ ਦਾ ਉਤਪਾਦਨ ਵੱਧਦਾ ਜਾ ਰਿਹਾ ਹੈ। ਪਰਮਾਣੂ ਬਿਜਲੀ, ਭਾਰਤ ਵਿੱਚ ਪਰਮਾਣੂ ਸ਼ਕਤੀ ਨੂੰ ਪੈਦਾ ਕਰਨ ਲਈ ਕਾਫੀ ਮਾਤਰਾ ਵਿੱਚ ਖਣਿਜ ਮਿਲਦੇ ਹਨ, ਪਰੰਤੂ ਫਿਰ ਵੀ ਪਰਮਾਣੂ ਬਿਜਲੀ ਦਾ ਉਤਪਾਦਨ ਬਹੁਤ ਘੱਟ ਕੀਤਾ ਜਾਂਦਾ ਹੈ। ਤਾਂ ਮੈਂ ਦੁਹਰਾਈ ਕਰਾ ਰਿਹਾ, ਨਾਲ ਨਾਲ ਸਿੰਚਾਈ ਦੀਆਂ ਵੀ ਯੋਜਨਾਵਾਂ ਕਰੀਆਂ ਆਪਾਂ ਨੇ, ਯਾਤਾਯਾਤ ਦੇ ਸਾਧਨ ਵੀ ਕਰੇ। ਸੰਚਾਰ ਦੇ ਸਾਧਨ ਕੀ ਹੁੰਦੇ ਪਿਆਰੇ ਬੱਚੋ? ਸੰਚਾਰ ਦੇ ਸਾਧਨ ਉਹ ਹੁੰਦੇ ਆ, ਟੈਲੀਫੋਨ ਲਗਾ ਲਓ, ਆਪਾਂ ਤਾਰ ਲਗਾ ਲਓ, ਮੇਲ ਲਗਾ ਲਓ, ਕੰਪਿਊਟਰ ਲਗਾ ਲਓ, ਟੀਵੀ ਲਗਾ ਲਓ, ਰੇਡੀਓ ਲਗਾ ਲਓ। ਇਹ ਸਾਰੇ ਕਿਹੜੇ ਸਾਧਨ ਨੇ? ਇਹ ਸੰਚਾਰ ਦੇ ਸਾਧਨ ਨੇ। ਸੰਚਾਰ ਦੇ ਸਾਧਨ ਬਹੁਤ ਉਦਯੋਗ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ। ਹੁਣ ਤੁਸੀਂ ਕੋਈ ਦੱਸ ਸਕਦਾ ਪਿਆਰੇ ਬੱਚਿਓ ਵੀ ਉਦਯੋਗ ਦੇ ਵਿੱਚ ਸੰਚਾਰ ਦੇ ਸਾਧਨ ਕਿਵੇਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ? ਕਿਉਂਕਿ ਜੇ ਉਦਯੋਗ ਉਹੀ ਵਿਕਸਿਤ ਹੋਣਗੇ ਜਿਹੜੀਆਂ ਸਾਡੇ ਕੋਲੇ ਮੀਡੀਆ ਦੇ ਰਾਹੀਂ ਚੀਜ਼ਾਂ ਪਹੁੰਚਦੀਆਂ ਨੇ, ਤਾਂ ਸਾਨੂੰ ਪਤਾ ਲੱਗਦਾ ਵੀ ਕਿਹੜੀ ਚੀਜ਼ ਦੀ ਕਿੱਥੇ ਘਾਟ ਆ, ਕਿਹੜਾ ਉਦਯੋਗ ਵਿਕਸਿਤ ਹੋ ਸਕਦਾ। ਕਿਉਂਕਿ ਜੇ ਅਸੀਂ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੀ, ਅੱਜ ਦੇ ਸਮੇਂ ਦੇ ਮੁਤਾਬਕ ਜਿਹੜੀ ਲੋਕਾਂ ਦੀ ਮੰਗ ਹੁੰਦੀ ਆ, ਉਹਦੇ ਮੁਤਾਬਕ ਹੀ ਜਿਹੜਾ ਉਦਯੋਗ ਲਗਾਇਆ ਜਾਂਦਾ। ਉਦਯੋਗਾਂ ਦੀਆਂ ਵਿਸ਼ੇਸ਼ਤਾਵਾਂ ਜਾਂ ਉਦਯੋਗਾਂ ਦੇ ਵਿੱਚ ਬਣੀਆਂ ਵਸਤੂਆਂ ਦਾ ਉਤਪਾਦਕ ਜਾਂ ਉਪਭੋਗਤਾ ਕਿੱਦਾਂ ਉਹਨਾਂ ਨੂੰ ਡੀਲ ਕਰ ਰਿਹਾ, ਤਾਂ ਉਹ ਬਹੁਤ ਜ਼ਰੂਰੀ ਚੀਜ਼ਾਂ ਨੇ। ਤਾਂ ਇਸ ਕਰਕੇ ਜਿਹੜੀਆਂ ਸੰਚਾਰ ਦੇ ਸਾਧਨ ਵੀ ਬਹੁਤ ਇੰਪੋਰਟੈਂਟ ਨੇ। ਸੰਚਾਰ ਦੇ ਸਾਧਨ ਹੋਏ, ਯਾਤਾਯਾਤ ਦੇ ਸਾਧਨ ਹੋਏ, ਇਹ ਉਦਯੋਗ ਨੂੰ ਉਨਾ ਹੀ ਵੱਧ ਕੇ ਅੱਗੇ ਲੈ ਕੇ ਜਾਂਦੇ ਆ ਜਿੰਨੇ ਇਹ ਉਸ ਜ਼ਿਲ੍ਹੇ, ਉਸ ਸਟੇਟ ਦੇ ਵਿੱਚ ਵੱਧ ਤੋਂ ਵੱਧ ਹੋਣਗੇ। ਜਿਹੜੇ ਇਹ ਜੇ ਯਾਤਾਯਾਤ ਦੇ ਅਤੇ ਸੰਚਾਰ ਦੇ ਸਾਧਨ ਘੱਟ ਜਾਣਗੇ ਤਾਂ ਉਦਯੋਗ ਦਾ ਵਿਕਾਸ ਫਿਰ ਵੀ ਘਟੂਗਾ। ਜੇ ਬਿਜਲੀ ਘੱਟ ਜੂ ਤਾਂ ਉਦਯੋਗੀਕਰਨ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਕਿਤੇ ਖੜੀਆਂ ਨੇਗੀਆਂ, ਸਿਰਫ ਤੇ ਸਿਰਫ ਯਾਤਾਯਾਤ ਦੇ ਸਾਧਨ ਤੇ ਸੰਚਾਰ ਦੇ ਉੱਤੇ। ਇਸੇ ਤਰ੍ਹਾਂ ਜੇ ਸਾਡੀ ਖੇਤੀ ਖੜੀ ਆ, ਉਹ ਸਿੰਚਾਈ ਦੇ ਉੱਤੇ ਖੜੀ ਆ। ਤਾਂ ਅਸੀਂ ਸਿੰਚਾਈ ਦੀ ਗੱਲ ਕਰਦੇ ਹਾਂ, ਅਸੀਂ ਆਧਾਰਿਕ ਸੰਰਚਨਾ ਦੀ ਗੱਲ ਕਰ ਰਹੇ ਹਾਂ। ਆਧਾਰਿਕ ਸੰਰਚਨਾ ਕੀ ਹੈ? ਇਨਫਰਾਸਟ੍ਰਕਚਰ ਆ ਸਾਡਾ। ਇਨਫਰਾਸਟ੍ਰਕਚਰ ਕੀ ਹੈ? ਇਨਫਰਾਸਟ੍ਰਕਚਰ ਦੇ ਉੱਤੇ ਜਿਹੜੀਆਂ ਚੀਜ਼ਾਂ ਨੇ, ਠੀਕ ਆ, ਉਦਯੋਗੀਕਰਨ ਦਾ ਇਨਫਰਾਸਟ੍ਰਕਚਰ ਬਿਜਲੀ, ਮਸ਼ੀਨਾਂ, ਤੇ ਖੇਤੀ ਦਾ ਇਨਫਰਾਸਟ੍ਰਕਚਰ ਸਿੰਚਾਈ ਦੀਆਂ ਸਹੂਲਤਾਂ। ਜਿੰਨੀਆਂ ਸਾਡੇ ਕੋਲ ਸਿੰਚਾਈ ਦੀਆਂ ਸਹੂਲਤਾਂ ਹੋਣਗੀਆਂ, ਉਨਾ ਹੀ ਸਾਡਾ ਜਿਹੜਾ ਦੇਸ਼ ਆ ਤਰੱਕੀ ਕਰੂਗਾ। ਠੀਕ ਆ। ਭਾਰਤ ਵਿੱਚ ਸਿੰਚਾਈ ਦੀਆਂ ਯੋਜਨਾਵਾਂ ਮੁੱਖ ਰੂਪ ਵਿੱਚ 2 ਪ੍ਰਕਾਰ ਦੀਆਂ ਹੁੰਦੀਆਂ ਨੇ। ਅਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ। ਸਿੰਚਾਈ ਦੀਆਂ ਵੱਡੀਆਂ ਜਾਂ ਬਹੁਮੁਖੀ ਯੋਜਨਾਵਾਂ, ਸਿੰਚਾਈ ਦੀਆਂ ਛੋਟੀਆਂ ਯੋਜਨਾਵਾਂ। ਤਾਂ ਇਸ ਤਰ੍ਹਾਂ ਅਸੀਂ ਇਹ ਗੱਲ ਕੀਤੀ। ਉਪਭੋਗਤਾ ਕੌਣ ਹੁੰਦਾ? ਪਹਿਲਾਂ ਅਸੀਂ ਗੱਲ ਕੀਤੀ ਆ ਉਪਭੋਗਤਾ ਕੌਣ ਹੁੰਦਾ? ਜਿਹੜਾ ਕਿਸੇ ਚੀਜ਼ ਦੀ ਵਰਤੋਂ ਕਰਦਾ। ਕਿਸੇ ਇੱਕ ਉਪਭੋਗਤਾ ਸੰਰਖਣ ਕਾਨੂੰਨ ਦਾ ਨਾਂ ਦੱਸੋ। 3 ਪੱਧਰੀ ਸ਼ਿਕਾਇਤ ਨਿਵਾਰਨ ਅਦਾਲਤਾਂ ਦੇ ਨਾਂ ਦੱਸੋ। ਉਪਭੋਗਤਾ ਸੰਰਖਣ ਤੋਂ ਕੀ ਭਾਵ ਹੈ? ਉਪਭੋਗਤਾ ਸ਼ੋਸ਼ਣ ਤੋਂ ਕੀ ਭਾਵ ਹੈ? ਤਾਂ ਇਹ ਮੈਂ ਕੁਐਸਚਨ ਇਸ ਕਰਕੇ ਕਰਵਾਇਆ ਕਿਉਂਕਿ ਇਹ ਕੁਐਸਚਨ ਸੀ ਜਿਹੜੇ ਅਸੀਂ ਪਿਛਲੀ ਲੈਸਨ ਦੇ ਵਿੱਚ ਕੀਤੇ। ਉਪਭੋਗਤਾ ਕੌਣ ਹੁੰਦਾ? ਜਿਹੜਾ ਬੰਦਾ ਉਪਭੋਗ ਕਰਦਾ। ਠੀਕ ਹੈ ਜੀ। ਕਿਸੇ ਵਸਤੂ ਨੂੰ ਖਰੀਦਣ ਵਾਲੇ ਨੂੰ ਉਪਭੋਗਤਾ ਕਿਹਾ ਜਾਂਦਾ ਹੈ। ਉਪਭੋਗਤਾ ਸੰਰਖਣ ਦੀ ਅਸੀਂ ਗੱਲ ਕੀਤੀ। ਉਪਭੋਗਤਾ ਸੰਰਖਣ ਕਾਨੂੰਨ ਬਣਾਇਆ ਹੋਇਆ ਤਾਂ ਉਹ 1986 ਦਾ ਕਾਨੂੰਨ ਆ। ਠੀਕ ਹੈ ਜੀ। ਇਹਦੇ ਵਿੱਚ ਕੀ ਆ? ਅਗਲੇ ਦੇ ਵਿੱਚ ਅਸੀਂ ਗੱਲ ਕੀਤੀ ਵੀ 3 ਸਾਡੀਆਂ ਅਦਾਲਤਾਂ ਸੀ, ਜ਼ਿਲ੍ਹਾ, ਰਾਜ ਤੇ ਰਾਸ਼ਟਰੀ। ਉਪਭੋਗਤਾ ਸੰਰਖਣ ਤੋਂ ਭਾਵ ਸੀ ਉਪਭੋਗਤਾ ਵਸਤੂਆਂ ਦੀ ਖਰੀਦਦਾਰੀ ਦੀ ਉਤਪਾਦਕਤਾ ਅਨੁਚਿਤ ਵਪਾਰ ਦੇ ਸਿੱਟੇ ਵਜੋਂ ਸ਼ੋਸ਼ਣ ਤੋਂ ਸੁਰੱਖਿਆ ਕਰਨਾ। ਤੇ ਉਦੋਂ ਬਾਅਦ ਅਨਪੜ੍ਹਤਾ ਤੇ ਕਿਸਮਾਵਾਦੀ ਤੇ ਰੂੜੀਵਾਦੀ ਦੀ ਅਸੀਂ ਗੱਲ ਕੀਤੀ ਸੀ। ਤਾਂ ਜ਼ਿਆਦਾਤਰ ਭਾਰਤੀ ਉਤਪਾਦਕਤਾ ਤੇ ਵਪਾਰੀਆਂ ਦਾ ਵਪਾਰਕ ਪੱਧਰ ਬਹੁਤ ਜ਼ਿਆਦਾ ਨੀਵਾਂ ਹੈ, ਅਸੀਂ ਗੱਲ ਕੀਤੀ ਸੀ। ਜ਼ਿਲ੍ਹਾ ਫੋਮ, ਕਿਉਂਕਿ ਇਹ ਦੁਹਰਾਈ ਹੋ ਰਹੀ ਹੈ, ਜ਼ਿਲ੍ਹਾ ਫੋਮ ਲੱਖ ਰੁਪਏ ਤੋਂ ਘੱਟ ਦੀਆਂ ਸ਼ਿਕਾਇਤਾਂ ਦਾ ਫੈਸਲਾ ਕਰਦਾ ਹੈ 5 ਲੱਖ ਤੋਂ। ਰਾਜ ਆਯੋਗ ਆ ਜਿਹੜਾ 5 ਲੱਖ ਤੋਂ 20 ਲੱਖ ਦੀਆਂ ਸ਼ਿਕਾਇਤਾਂ ਦਾ ਫੈਸਲਾ ਕਰਦਾ। ਤੇ 3 ਪੱਧਰੀ ਸ਼ਿਕਾਇਤ ਨਿਵਾਰਨ ਅਦਾਲਤਾਂ ਨੇ ਜਿਹੜੀਆਂ ਉਹ ਜ਼ਿਲ੍ਹਾ ਫੋਮ ਦੇ ਵਿੱਚ ਚੱਲਦੀਆਂ ਨੇ। ਤਾਂ ਉਪਭੋਗਤਾ ਸ਼ੋਸ਼ਣ ਤੋਂ ਕੀ ਭਾਵ ਹੈ? ਉਤਪਾਦਕ ਦੁਆਰਾ ਉਪਭੋਗੀਆਂ ਨੂੰ ਉਤਪਾਦਨ ਦੇ ਗੁਣਾਂ ਦੀਆਂ ਝੂਠੀਆਂ ਸੂਚਨਾਵਾਂ ਦੇਣਾ, ਮਿਲਾਵਟ ਕਰਨਾ, ਘੱਟ ਵਜ਼ਨ, ਗਲਤ ਮਾਪਾਂ ਦਾ ਵਰਤੋਂ ਕਰਨਾ। ਉਤਪਾਦਕ ਦੇ ਗੈਰ ਉਤਪਾਦਕ ਵਿਵਹਾਰਾਂ ਦਾ ਸ਼ੋਸ਼ਣ ਹੈ। ਤਾਂ ਇਸ ਤੋਂ ਬਾਅਦ ਸੰਰਖਣ। ਤਾਂ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇਸ ਲੈਸਨ ਦੀ। ਤਾਂ ਉਦਯੋਗਿਕ ਸੰਰਚਨਾ ਜਿਹੜੀ
ਤੁਸੀਂ ਸਾਰਾ ਪੜ੍ਹ ਲਿਆ। ਜੇ ਅਸੀਂ ਖੇਤੀਬਾੜੀ ਨਾਲ ਗੱਲ ਕਰੀਏ, ਖੇਤੀਬਾੜੀ ਨਾਲ ਸੰਬੰਧਿਤ ਗੱਲ ਕਰੀਏ ਤਾਂ ਉਹ ਕਿਹਦੇ ਉੱਤੇ ਆ? ਸਿੰਚਾਈ ਦੇ ਸਾਧਨ ਆ। ਸਿੰਚਾਈ ਦੇ ਸਾਧਨ ਸਾਡੇ ਕੋਲੇ ਕੁਦਰਤੀ ਤੇ ਬਨਾਵਟੀ। ਜੇ ਅਸੀਂ ਉਦਯੋਗੀਕਰਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਿਹੜਾ ਸਾਧਨ ਆਇਆ? ਬਿਜਲੀ। ਠੀਕ ਆ, ਬਿਜਲੀ, ਯਾਤਾਯਾਤ, ਸੰਚਾਰ ਦੇ ਸਾਧਨ। ਤੇ ਜੇ ਅਸੀਂ ਉੱਥੇ ਉਪਭੋਗਤਾ ਦੀ ਗੱਲ ਕਰਦੇ ਹਾਂ, ਉਪਭੋਗਤਾ ਸੁਰੱਖਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਡੀ ਦਲੀਲ ਕੀ ਸੀ ਵੀ ਜਿਹੜੀਆਂ ਸਾਡੇ ਨਾਲ ਅਸੀਂ ਚੀਜ਼ਾਂ ਖਰੀਦਦੇ ਹਾਂ, ਵਰਤਦੇ ਹਾਂ, ਉਹਦੇ 'ਚ ਸਾਡੇ ਜਿਹੜੇ ਕੀ ਹੁੰਦਾ, ਨੁਕਸਾਨ ਹੁੰਦੇ ਆ। ਬੈਂਕਿੰਗ ਸਿਸਟਮ ਦੀ ਗੱਲ ਕੀਤੀ ਇਸ ਲੈਸਨ ਦੇ ਵਿੱਚ। ਬੈਂਕਿੰਗ ਸਿਸਟਮ ਦੇ ਵਿੱਚ ਕੀ ਆ? ਜਿੰਨੇ ਸਾਡੇ ਕੋਲੇ ਵਿੱਤ ਮਿਲਦੇ ਆ, ਛੋਟੇ ਲੋਨ ਮਿਲਦੇ ਆ, ਵੱਡੇ ਲੋਨ ਮਿਲਦੇ ਆ, ਅਲਪਕਾਲੀਨ ਮਿਲਦੇ ਆ, ਦੀਰਘਕਾਲੀਨ ਮਿਲਦੇ ਆ, ਤਾਂ ਉਹ ਜਿੰਨੇ ਸਾਨੂੰ ਲੋਨ ਮਿਲਣਗੇ ਜਾਂ ਜਿੰਨੀ ਬੈਂਕਿੰਗ ਪ੍ਰਣਾਲੀ ਪ੍ਰਫੁੱਲਿਤ ਹੋਊ ਉਨਾ ਹੀ ਜਿਹੜਾ ਉਦਯੋਗੀਕਰਨ ਦਾ ਵਿਕਾਸ ਹੋਊ। ਜਿੰਨਾ ਉਦਯੋਗੀਕਰਨ ਦਾ ਵਿਕਾਸ ਹੋਊ ਉਨਾ ਹੀ ਸਾਡਾ ਜਿਹੜਾ ਦੇਸ਼ ਦਾ ਵਿਕਾਸ ਹੋਊ। ਜੇ ਇਸੇ ਤਰ੍ਹਾਂ ਜੇ ਅਸੀਂ ਸਾਡਾ ਸੂਬਾ ਜਿਹੜਾ ਖੇਤੀ ਆਧਾਰਿਤ ਸੂਬਾ, ਤਾਂ ਖੇਤੀ ਆਧਾਰਿਤ ਸੂਬੇ ਦੇ ਵਿੱਚ ਸਿੰਚਾਈ ਦੀਆਂ ਸਾਧਨਾਂ ਨੇ ਜਿਹੜੀਆਂ ਇਨਫਰਾਸਟਰਕਚਰ ਜਿਹੜਾ ਸਿੰਚਾਈ ਦੇ ਸਾਧਨ, ਸਿੰਚਾਈ ਦੀਆਂ ਸਹੂਲਤਾਂ, ਖੂਹ, ਟਿਊਬਵੈੱਲ, ਨਹਿਰਾਂ ਜਿੰਨੀਆਂ ਸਾਡੀਆਂ ਕਾਮਯਾਬ ਹੋਣਗੀਆਂ ਉਨੀ ਸਾਡੀ ਸਿੰਚਾਈ ਕਾਮਯਾਬ ਹੋਊ। ਤਾਂ ਇਸੇ ਤਰ੍ਹਾਂ ਜਿਹੜਾ ਸਾਡੇ ਲੈਸਨ ਦੀ ਦੇਖੋ ਇਨਫਰਾਸਟਰਕਚਰ ਇਹ ਬਣ ਗਿਆ ਵੀ ਦੇਖੋ ਸਾਡੀਆਂ ਜਿਹੜੀਆਂ ਲੋੜਾਂ ਨੇ, ਪਹਿਲਾਂ ਮਨੁੱਖ ਦੀਆਂ ਲੋੜਾਂ 3 ਪ੍ਰਕਾਰ ਦੀਆਂ ਹੁੰਦੀਆਂ ਸੀ, ਰੋਟੀ, ਕੱਪੜਾ ਤੇ ਮਕਾਨ। ਫਿਰ ਉਹਦੇ ਨਾਲ ਜੁੜ ਗਈਆਂ ਰੇਡੀਓ, ਟੀਵੀ, ਫਰਿੱਜ, ਤੇ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਸੇਵਾਵਾਂ ਜੁੜ ਗਈਆਂ, ਸਿਹਤ ਸੇਵਾਵਾਂ, ਠੀਕ ਆ ਜੀ, ਖੇਤੀਬਾੜੀ ਸਹੂਲਤਾਂ, ਠੀਕ ਆ, ਐਜੂਕੇਸ਼ਨ, ਠੀਕ ਆ। ਇਹ ਚੀਜ਼ਾਂ ਜਦੋਂ ਜੁੜੀਆਂ ਤਾਂ ਸਾਡਾ ਜਿਹੜਾ ਆਧਾਰਿਕ ਸੰਰਚਨਾ ਨੂੰ ਵਧਾਉਣ ਵਾਸਤੇ ਸਾਨੂੰ ਲੋੜ ਪਈ। ਜਦੋਂ ਇਹ ਵਧਾਉਣ ਵਾਸਤੇ ਲੋੜ ਪਈ ਤਾਂ ਉਦਯੋਗੀਕਰਨ ਦਾ ਵਿਕਾਸ ਹੋਇਆ। ਉਦਯੋਗੀਕਰਨ ਦੇ ਵਿਕਾਸ ਦੇ ਨਾਲ ਸਾਨੂੰ ਕਿਹਦੀ ਲੋੜ ਪਈ? ਕਿਹੜੀਆਂ ਚੀਜ਼ਾਂ ਦੀ ਲੋੜ ਪਈ? ਬਿਜਲੀ ਦੀ ਲੋੜ ਪਈ, ਕੋਲੇ ਦੀ ਲੋੜ ਪਈ, ਪਾਣੀ ਦੀ ਲੋੜ ਪਈ, ਪਰਮਾਣੂ ਦੀ ਲੋੜ ਪਈ। ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਸਾਨੂੰ ਡਿਵੈਲਪ ਕਰਦੀਆਂ ਨੇ ਤੇ ਇਹ ਆਧਾਰਿਤ ਲੈਸਨ ਨੂੰ ਆਧਾਰਿਤ ਕਰਦੀਆਂ ਨੇ। ਤਾਂ ਮੈਨੂੰ ਉਮੀਦ ਆ ਬਹੁਤ ਹੀ ਪਿਆਰੇ ਬੱਚਿਓ ਜਿਹੜਾ ਮੇਰਾ ਲੈਸਨ ਅੱਜ ਦਾ ਤੇ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ, ਠੀਕ ਹੈ ਜੀ। ਤਾਂ ਜੇ ਤੁਹਾਨੂੰ ਫਿਰ ਵੀ ਕੋਈ ਗੱਲ ਹੁੰਦੀ ਹੈ ਤਾਂ ਤੁਹਾਡਾ ਮੇਰੇ ਸਕਰੀਨ ਦੇ ਉੱਤੇ ਮੇਰਾ ਨੰਬਰ ਆਇਆ ਹੋਇਆ 8428 77224। ਤਾਂ ਤੁਸੀਂ ਮੇਰੇ ਨਾਲ ਰਾਬਤਾ, ਆਪਣੇ ਅਧਿਆਪਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਆਪਣੇ ਡਾਊਟਸ ਦੂਰ ਕਰ ਸਕਦੇ ਹੋ। ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਇਹ ਲੈਸਨ ਆ ਇੱਕ ਬਹੁਤ ਇੰਪੋਰਟੈਂਟ ਆ। ਜੇ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜਿਹੜੀ ਸਾਡੀ, ਜੇ ਮੰਨ ਲਓ ਸਾਨੂੰ ਕੁਐਸਚਨ ਨਹੀਂ ਆਉਂਦੇ ਜਾਂ ਅਸੀਂ ਪੜ੍ਹਨ ਦੇ ਵਾਸਤੇ ਵੀ ਸਹਾਈ ਨਹੀਂ ਹੁੰਦਾ, ਤੇ ਇੱਕ ਸਾਡੀ ਨਿੱਜੀ ਜ਼ਿੰਦਗੀ ਦੇ ਵਾਸਤੇ ਵੀ ਸਾਡੇ ਬਹੁਤ ਸਹਾਈ ਹੈ, ਕਿਉਂਕਿ ਸਾਨੂੰ ਇਹਦੇ ਵਿੱਚ ਇੰਨੀਆਂ ਕੁ ਚੀਜ਼ਾਂ ਮਿਲੀਆਂ ਵੀ ਅਸੀਂ ਕਿੱਦਾਂ ਜਿਹੜੀ ਸ਼ਿਕਾਇਤ ਕਿੱਦਾਂ ਕਰ ਸਕਦੇ ਹਾਂ, ਕਿਹੜੀਆਂ ਸਾਡੇ ਕੋਲੇ ਯੋਜਨਾਵਾਂ ਬਣਦੀਆਂ ਨੇ, ਕਿੱਦਾਂ ਅਸੀਂ ਬਿਜਲੀ ਪੈਦਾ ਹੁੰਦੀ ਆ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਮਨੁੱਖ ਨੂੰ ਸਮਾਜ ਦੇ ਨਾਲ ਜੋੜਨ ਵਾਸਤੇ ਬਹੁਤ ਬਹੁਤ ਸਹਾਈ ਨੇ। ਤਾਂ ਇਸ ਕਰਕੇ ਲਾਸਟ ਦੇ ਵਿੱਚ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਤੇ ਫਿਰ ਵੀ ਜੇ ਕੋਈ ਡਾਊਟਸ ਰਹਿ ਗਏ ਹੋਣੇ ਤਾਂ ਆਪਣੇ ਟੀਚਰਾਂ ਦੇ ਨਾਲ ਜ਼ਰੂਰ ਸੰਪਰਕ ਕਰਨਾ। ਮੈਨੂੰ ਪੂਰੀ ਆਸ ਆ ਕਿ ਤੁਹਾਨੂੰ ਸਾਰਾ ਲੈਸਨ ਬਹੁਤ ਵਧੀਆ ਲੱਗਿਆ ਹੋ। ਬਹੁਤ ਬਹੁਤ ਧੰਨਵਾਦ।